ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਤੂੰ ਪੇੜ ਸ਼ਾਖ ਤੇਰੀ ਫੁੱਲੀ, ਤੂੰ ਸੁਖਮ ਹੋਵਾ ਅਸਤੁਲੀ, ਤੂੰ ਜਲ ਨਿਧ ਤੂੰ ਫੇਨ ਬੁੱਧ ਬੁਦਾ, ਤੁਧ ਬਿਨ ਅਵਰ ਨਾ ਪਾਲੀਐ ਜਿਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ, ਪਾਵਨ ਸ਼ਬਦ ਜੋ ਆਪ ਜੀ ਨੇ ਸਰਵਨ ਕੀਤਾ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮਾਝ ਰਾਗ ਦੇ ਵਿੱਚ ਉਚਾਰਿਆ ਹੋਇਆ ਪਾਵਨ ਸ਼ਬਦ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 102 ਦੇ ਉੱਪਰ ਸੁਭਾਏਮਾਨ ਹੈ। ਪਾਵਨ ਸ਼ਬਦ ਦੇ ਰਾਹੀਂ ਕੁਦਰਤ ਦੇ ਵਿੱਚ ਵਰਤ ਰਹੇ ਕਾਦਰ ਨੂੰ ਅਸੀਂ ਸਮਝਣਾ ਹੈ। ਪਰਮੇਸ਼ਵਰ ਅਕਾਲ ਪੁਰਖ, ਕਰਤਾ ਪੁਰਖ, ਸਤ ਪੁਰਖ, ਜੋ ਨਿਰੰਕਾਰ ਦਾ ਰੂਪ ਹੈ, ਆਕਾਰ ਤੋਂ ਰਹਿਤ ਵਾਲਾ ਰੂਪ ਹੈ, ਕੁਦਰਤ ਦੇ ਵਿੱਚ ਹੀ ਵਰਤ ਰਿਹਾ ਹੈ। ਅਸੀਂ ਕੁਦਰਤ ਦੇ ਨਾਲ ਜੁੜ ਕੇ ਕਾਦਰ ਨੂੰ ਸਮਝਣ ਦਾ ਯਤਨ ਕਰਨਾ। ਕਈ ਆਪਣੇ ਆਪ ਦੇ ਵਿੱਚ ਬਹੁਤ ਗਿਆਨ ਵਾਲੇ ਹੋ ਗਏ ਔਰ ਉਹ ਦੁਨੀਆ ਨੂੰ ਇਹ ਸਮਝਾ ਰਹੇ ਨੇ ਕਿ ਕੁਦਰਤ ਹੈ ਪਰ ਕਾਦਰ ਨਹੀਂ ਹੈ। ਇਹ ਸੰਸਾਰ ਹੈ ਪਰ ਨਿਰੰਕਾਰ ਨਹੀਂ ਹੈ। ਪਰ ਉਹਨਾਂ ਨੂੰ ਪੁੱਛਿਆ ਜਾਏ ਕਿ ਜੇ ਸੰਸਾਰ ਹੈ ਤੇ ਉਹ ਨਿਰੰਕਾਰ ਕਰਕੇ ਹੈ, ਜੇ ਕੁਦਰਤ ਹੈ ਤਾਂ ਕਾਦਰ ਕਰਕੇ ਹੈ, ਜੇ ਕਾਦਰ ਨਹੀਂ ਤਾਂ ਕੁਦਰਤ ਵੀ ਨਹੀਂ ਹੈ, ਜੇ ਨਿਰੰਕਾਰ ਨਹੀਂ ਤਾਂ ਸੰਸਾਰ ਵੀ ਨਹੀਂ। ਇਸ ਲਈ ਮਹਾਰਾਜ ਕਹਿੰਦੇ, ਜਦੋਂ ਤੂੰ ਰੋਜ਼ ਗੁਰਬਾਣੀ ਦਾ ਪਾਠ ਕਰਨਾ ਔਰ ਰੋਜ਼ ਗੁਰਬਾਣੀ ਦੇ ਪਾਠ ਵਿੱਚ ਤੂੰ ਇਹ ਸਮਝਣਾ ਹੈ ਕਿ ਬਲਹਾਰੀ ਕੁਦਰਤ ਵਸਿਆ, ਉਹ ਕੁਦਰਤ ਵਿੱਚ ਵਸਿਆ ਹੈ ਜਿਹਦੇ ਤੋਂ ਅਸੀਂ ਬਲਹਾਰੇ ਜਾਣਾ ਹੈ। ਉਹ ਕੁਦਰਤ ਵਿੱਚ ਵਸਿਆ ਹੈ ਜਿਹਦਾ ਅੰਤ ਨਹੀਂ ਅਸੀਂ ਪਾ ਸਕਦੇ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ, ਲਖਿਆ, ਉਹਦਾ ਅੰਤ ਲਖਿਆ ਹੀ ਨਹੀਂ ਜਾ ਸਕਦਾ।
ਜਾਂ ਇੱਥੋਂ ਆਪਾਂ ਅੰਦਾਜ਼ਾ ਲਾ ਲਈਏ ਕਿ ਹਜੇ ਤੱਕ ਕੁਦਰਤ ਦਾ ਅੰਤ ਨਹੀਂ, ਤੇ ਕੁਦਰਤ ਨੂੰ ਸਾਜਣ ਵਾਲੇ ਉਸ ਕਾਦਰ ਦਾ ਅੰਤ ਕਿਵੇਂ ਹੋ ਜਾਏਗਾ। ਕਿਤੇ ਨਾ ਕਿਤੇ ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਹਜੇ ਅਸੀਂ ਸ਼ੁਰੂਆਤ ਹੀ ਕੀਤੀ ਹੈ, ਪਰ ਇਹਦਾ ਅਖੀਰ ਕੋਈ ਨਹੀਂ, ਇਹਦਾ ਅੰਤ ਕੋਈ ਨਹੀਂ। ਕਿਉਂਕਿ ਇੱਕ ਗ੍ਰਹਿ ਨੂੰ ਜਦੋਂ ਅਸੀਂ ਲੱਭਦੇ ਹਾਂ ਜਾਂ ਇੱਕ ਗ੍ਰਹਿ ਤੱਕ ਸਾਡੀ ਪਹੁੰਚ ਬਣਦੀ ਹੈ, ਪਤਾ ਲੱਗਦਾ ਅੱਗੇ ਹੋਰ ਪਤਾ ਨਹੀਂ ਕਿੰਨੇ ਗ੍ਰਹਿ ਨੇ। ਇੰਨੀ ਘਾਲਣ ਤੋਂ ਬਾਅਦ, ਇੰਨੀ ਮਸ਼ੱਕਤ ਤੋਂ ਬਾਅਦ, ਮਿਹਨਤ ਤੋਂ ਬਾਅਦ ਇੱਕ ਗ੍ਰਹਿ ਤੱਕ ਪਹੁੰਚੇ, ਪਰ ਪਤਾ ਲੱਗਾ ਇਹਦੇ ਨਾਲ ਦੇ ਅੱਗੇ ਪਤਾ ਨਹੀਂ ਹੋਰ ਕਿੰਨੇ ਨੇ। ਇਸੇ ਲਈ ਸਭ ਤੋਂ ਵੱਡਾ ਵਿਗਿਆਨੀ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਿਆ ਜਾਂਦਾ ਹੈ ਕਿ ਜਿਹੜੀ ਗੱਲ ਵਿਗਿਆਨ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਸਮਝਾਈ ਜਾਂ ਬ੍ਰਹਮ ਦੇ ਗਿਆਨ ਦੇ ਰੂਪ ਵਿੱਚ ਸਮਝਾਈ, ਵਾਕਈ ਉਹਦਾ ਕੋਈ ਅੰਤ ਨਹੀਂ। ਪਾਤਾਲ ਲੱਖ ਆਕਾਸ਼ਾਂ ਆਕਾਸ਼, ਔੜਕ ਔੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ। ਔੜਕ ਦਾ ਅਰਥ ਹੁੰਦਾ ਅਖੀਰ। ਅਖੀਰ ਕਿਹਦਾ ਹੈ? ਸਾਡਾ। ਜਿਹੜੇ ਉਹਨੂੰ ਭਾਲ ਰਹੇ ਨੇ, ਜਿਹੜੇ ਉਹਨੂੰ ਖੋਜ ਰਹੇ ਨੇ, ਆਪਣੀ ਸਿਆਣਪ, ਆਪਣੀ ਮਤ, ਆਪਣੇ ਗਿਆਨ ਦੇ ਰਾਹੀਂ ਅਖੀਰ ਤੱਕ ਉਹ ਭਾਲਦੇ ਰਹੇ, ਲੱਭਦੇ ਰਹੇ, ਪਰ ਕਾਦਰ ਜਿਹੜਾ ਸੀ ਉਹਦੀ ਬਣਾਈ ਹੋਈ ਕੁਦਰਤ ਦਾ ਅੰਤ ਨਹੀਂ। ਠੀਕ ਹੈ, ਜਿਹਨੂੰ ਜਿੰਨੀ ਸਮਝ ਆਈ ਉਹਨੇ ਉਨਾ ਜ਼ਿਕਰ ਕੀਤਾ, ਕਿਉਂਕਿ ਪੀਰ ਦਸਤਗੀਰ ਇਸ ਗੱਲ ਦੇ ਖਿਲਾਫ ਹੋ ਗਿਆ ਵੀ ਤੁਸੀਂ ਇੱਕ ਨਵੀਂ ਹੀ ਗੱਲ ਆ ਕੇ ਕਰ ਦਿੱਤੀ ਕਿ ਪਾਤਾਲ ਜਿਹੜੇ ਨੇ ਉਹ ਲੱਖਾਂ ਹੀ ਨੇ, ਭਾਵ ਲਖਿਆ ਹੀ ਨਹੀਂ ਜਾ ਸਕਦਾ। ਕਿੰਨੇ ਆਸਮਾਨ ਹੋਣਗੇ, ਕਿੰਨੀਆਂ ਧਰਤੀਆਂ ਨੇ, ਉਹਦਾ ਕੋਈ ਹਿਸਾਬ ਨਹੀਂ। ਜਾਂ ਲੱਖਾਂ ਹੀ ਕਹਿ ਲਓ ਤੇ ਜਾਂ ਫਿਰ ਲਖਿਆ ਨਹੀਂ ਜਾ ਸਕਦਾ। ਉਹਨਾਂ ਆਖਿਆ ਵੀ ਮੈਂ ਨਹੀਂ ਮੰਨਦਾ, ਤੁਸੀਂ ਕੁਫਰ ਤੋਲਦੇ ਹੋ। ਸਤਿਗੁਰੂ ਮਹਾਰਾਜ ਨੇ ਆਖਿਆ ਵੀ ਪੀਰ ਜੀ ਤੁਸੀਂ ਆਪਣੀ ਜਗ੍ਹਾ ਸਹੀ ਹੋ, ਕਿਉਂਕਿ ਜਿਹੜਾ ਜਿੰਨੇ ਕਦਮ ਤੁਰਿਆ ਉਹਨੇ ਤੇ ਉਨੇ ਕਦਮਾਂ ਦੀ ਗੱਲ ਕਰਨੀ ਆ। ਜਿਹਨੇ ਜਿਸ ਸ਼ਹਿਰ ਦਾ, ਜਿਸ ਮੁਲਕ ਦਾ ਗਿਆਨ ਹੋਇਆ, ਉਹਨੇ ਤੇ ਉਸੇ ਮੁਲਕ ਦੀ ਗੱਲ ਕਰਨੀ ਹੈ। ਪਰ ਉਸ ਤੋਂ ਅੱਗੇ ਪਤਾ ਨਹੀਂ ਹੋਰ ਕਿੰਨੇ ਸ਼ਹਿਰ, ਕਿੰਨੇ ਮੁਲਕ ਹੋਣਗੇ। ਸਤਿਗੁਰੂ ਮਹਾਰਾਜ ਨੇ ਆਖਿਆ ਤੁਹਾਡਾ ਆਖਿਆ ਵੀ ਸਹੀ ਹੈ ਕਿ 7 ਪਾਤਾਲ ਤੇ 7 ਆਕਾਸ਼ 14 ਭਵਨ ਨੇ, ਪਰ ਤੁਸੀਂ 14 ਭਵਨਾਂ ਤੇ ਰੁਕ ਗਏ ਆ ਕੇ। ਪਰ ਜ਼ਰੂਰੀ ਨਹੀਂ ਕਿ ਜਿੱਥੇ ਮੈਂ ਰੁਕਿਆ ਉੱਥੇ ਆ ਕੇ ਧਰਤੀ ਖਤਮ ਹੋ ਜਾਂਦੀ ਹੈ। ਜ਼ਰੂਰੀ ਨਹੀਂ ਕਿ ਜਿੱਥੇ ਆ ਕੇ ਮੇਰੇ ਕਦਮ ਰੁਕ ਗਏ ਉੱਥੇ ਸਾਰੀਆਂ ਹੱਦਾਂ ਖਤਮ ਹੋ ਜਾਂਦੀਆਂ। ਜ਼ਰੂਰੀ ਨਹੀਂ ਕਿ ਜਿੰਨਾ ਕੁ ਸੋਝੀ ਗਿਆਨ ਮੈਨੂੰ ਹੋਇਆ ਇਸ ਤੋਂ ਅੱਗੇ ਕੋਈ ਗਿਆਨ ਹੀ ਨਹੀਂ ਹੈ। ਉਸ ਮਾਲਕ ਦਾ ਅੰਤ ਨਹੀਂ ਹੈ। ਅਸੀਂ ਭਾਵੇਂ ਆਪਣੀ ਰਸਨਾ ਤੋਂ ਜਿੰਨਾ ਮਰਜ਼ੀ ਕਥਨ ਕਰ ਲਈਏ, ਇੱਕ ਵਾਰ ਕਰ ਲਈਏ ਤੇ ਭਾਵੇਂ ਕਰੋੜਾਂ ਵਾਰ ਕਰ ਲਈਏ, ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਇਸ ਲਈ ਬੜੀ ਵਾਰ ਜ਼ਿਕਰ ਕੀਤਾ ਕਿ ਕੰਮ ਸੇ ਕੰਮ, ਗੁਰਬਾਣੀ ਖਜ਼ਾਨਾ ਹੈ ਸਾਡੇ ਕੋਲ, ਪਰ ਕਮ ਸੇ ਕਮ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਗਿਆਨ ਹੋਣਾ ਚਾਹੀਦਾ ਹੈ। ਰੋਜ਼ਾਨਾ ਜੋ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਸਾਨੂੰ ਉਹ 5 ਖੰਡ ਦੀ ਸਮਝ ਹੋਣੀ ਚਾਹੀਦੀ ਹੈ। ਜੇ ਕੇਵਲ ਆਪਾਂ ਜਪਜੀ ਸਾਹਿਬ ਜੀ ਦੀਆਂ 38 ਪੌੜੀਆਂ ਦੀ ਵਿਚਾਰ ਨੂੰ ਸਮਝ ਲਈਏ ਤਾਂ ਸਾਡਾ ਮਨ ਕਦੇ ਇਨਕਾਰੀ ਨਹੀਂ ਹੋਏਗਾ। ਸਗੋਂ ਮਨ ਸਾਡਾ ਰਾਜੀ ਹੋਏਗਾ ਵੀ ਹਾਂ ਕੁਦਰਤ ਵਿੱਚ ਕਾਦਰ ਹੈ।
ਜਿਹਨੂੰ ਸਮਝ ਆ ਗਈ ਉਹ ਫਿਰ ਆਮੋ ਸਾਹਮਣੇ ਪਰਮੇਸ਼ਵਰ ਨਾਲ ਬਾਤਾਂ ਕਰਦਾ ਹੈ, ਗੱਲਾਂ ਕਰਦਾ ਹੈ, ਕਿਉਂਕਿ ਤੂੰ ਸ਼ਬਦ ਦਾ ਉਚਾਰਨ ਉਦੋਂ ਹੀ ਕੀਤਾ ਜਾਂਦਾ ਜਦੋਂ ਗੱਲ ਆਮੋ ਸਾਹਮਣੇ ਹੋਵੇ। ਜਿਹੜੀ ਗੱਲ ਆਮੋ ਸਾਹਮਣੇ ਨਹੀਂ ਹੁੰਦੀ, ਇੱਕ ਦੂਜੇ ਦੇ ਸਾਹਮਣੇ ਹੋ ਕੇ ਗੱਲ ਨਹੀਂ ਹੁੰਦੀ, ਉੱਥੇ ਤੂੰ ਸ਼ਬਦ ਅੱਖਰ ਜਿਹੜਾ ਇਹ ਵਰਤਿਆ ਨਹੀਂ ਜਾਂਦਾ। ਉੱਥੇ ਗੱਲ ਫਿਰ ਜਦੋਂ ਅਸੀਂ ਕਿਸੇ ਜਿਹੜਾ ਸਾਡੇ ਤੋਂ ਪਰੇ ਹੈ ਤੇ ਜਿਹਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਉਹਦੇ ਨਾਲ ਜਦੋਂ ਗੱਲ ਕਰਾਂਗੇ, ਜਿਹਦੀ ਕਰ ਰਹੇ ਹਾਂ ਉਹ ਥਰਡ ਪਰਸਨ ਹੋ ਜਾਏਗਾ, ਉਹ ਤੀਸਰੀ ਜਗ੍ਹਾ ਤੇ ਚਲਾ ਜਾਏਗਾ। ਵੀ ਫਿਰ ਉੱਥੇ ਜਦੋਂ ਗੱਲ ਤੀਸਰੇ ਦੀ ਆਏਗੀ ਉੱਥੇ ਫਿਰ ਅਸੀਂ ਸ਼ਬਦ ਵਰਤਾਂਗੇ ਉਹਦਾ ਮਤਲਬ ਉਹ ਸਾਹਮਣੇ ਨਹੀਂ ਹੈ। ਸਾਹਮਣੇ ਜਿਹੜਾ ਹੈ ਉਹਦੇ ਨਾਲ ਅਸੀਂ ਤੂੰ ਤੁਸੀਂ ਕਹਿ ਕੇ ਗੱਲ ਕਰ ਰਹੇ ਹਾਂ। ਪਰ ਇੱਥੇ ਮਹਾਰਾਜ ਨੇ ਸਾਨੂੰ ਗੁਰਬਾਣੀ ਰਾਹੀਂ ਪਰਮੇਸ਼ਵਰ ਦੇ ਬਿਲਕੁਲ ਸਾਹਮਣੇ ਲਿਆਂਦਾ ਵੀ ਤੁਸੀਂ ਪਰਮੇਸ਼ਵਰ ਨੂੰ ਸਾਹਮਣੇ ਕੁਦਰਤ ਦੇ ਵਿੱਚ ਵਸਦੇ ਹੋਏ ਨੂੰ ਮਹਿਸੂਸ ਕਰਕੇ ਕਹੋ ਵੀ ਤੂੰ ਇਸ ਤਰ੍ਹਾਂ ਹੈ, ਤੂੰ ਆ ਹੈ, ਤੂੰ ਇਸ ਤਰ੍ਹਾਂ ਹੈ। ਪਰ ਕਈਆਂ ਦਾ ਜ਼ੋਰ ਇਸ ਪਾਸੇ ਲੱਗਾ ਹੋਇਆ ਵੀ ਰੱਬ ਹੈ ਹੀ ਕੋਈ ਨਹੀਂ। ਇਸ ਜਿੰਨਾ ਵੀ ਸਿਸਟਮ ਹੈ ਇਹ ਸਭ ਆਪਣੇ ਆਪ ਹੀ ਚੱਲ ਰਿਹਾ ਹੈ, ਆਪਣੇ ਆਪ ਹੀ ਕੁਦਰਤ ਜਿਹੜੀ ਹੈ ਬਣ ਰਹੀ ਹੈ, ਮਿਟ ਰਹੀ ਹੈ, ਕੋਈ ਰੱਬ ਨਹੀਂ ਹੈ। ਕਈਆਂ ਦਾ ਜ਼ੋਰ ਲੱਗਾ ਹੋਇਆ ਹੈ, ਪਰ ਮੰਨਣਾ ਪਏਗਾ ਵੀ ਜੇ ਕੁਦਰਤ ਚੱਲ ਰਹੀ ਹੈ, ਬਣ ਰਹੀ ਹੈ, ਮਿਟ ਰਹੀ ਹੈ, ਇਹਦੇ ਪਿੱਛੇ ਤਾਕਤ, ਇਹਦੇ ਪਿੱਛੇ ਜਿਹੜੀ ਪਾਵਰ ਹੈ ਉਹਨੂੰ ਪਰਮੇਸ਼ਵਰ ਕਹਿੰਦੇ ਆ। ਕਿਉਂਕਿ ਉਹ ਪਾਵਰ ਉਹ ਤਾਕਤ ਦੇ ਰੂਪ ਵਿੱਚ ਹੈ, ਉਹ ਕਿਸੇ ਸ਼ਕਲ ਸੂਰਤ ਦੇ ਰੂਪ ਵਿੱਚ ਨਹੀਂ, ਉਹ ਕਿਸੇ ਆਕਾਰ ਦੇ ਰੂਪ ਵਿੱਚ ਨਹੀਂ। ਇਹ ਵੀ ਕਈ ਵਾਰ ਯਤਨ ਕੀਤਾ ਸਮਝਣ ਤੇ ਸਮਝਾਉਣ ਦਾ। ਅਸੀਂ ਪੱਖਾ ਚੱਲਦਾ ਵੇਖ ਰਹੇ ਹਾਂ, ਅਸੀਂ ਟਿਊਬ ਜਿਹੜੀ ਹੈ ਇਹ ਚੱਲਦੀ ਦੇਖ ਰਹੇ ਹਾਂ, ਇਹਦੇ ਵਿੱਚ ਰੋਸ਼ਨੀ ਆ ਰਹੀ ਹੈ, ਕਰੰਟ ਜਿਹੜਾ ਆਇਆ ਤੇ ਪੱਖਾ ਘੁੰਮ ਰਿਹਾ ਹੈ, ਇਹਦੇ ਪਰ ਚੱਲ ਰਹੇ ਆ। ਪਰ ਜੇ ਕਹੀਏ ਵੀ ਇਹਦੇ ਵਿੱਚ ਕੁਛ ਨਹੀਂ, ਆਪਣੇ ਆਪ ਹੀ ਚੱਲ ਰਿਹਾ ਹੈ, ਆਪਣੇ ਆਪ ਨਹੀਂ ਚੱਲ ਰਿਹਾ। ਇਹਦੇ ਅੰਦਰ ਉਹ ਜਿਹੜੀ ਪਾਵਰ ਹੈ, ਜੋ ਇਹਦੇ ਵਿੱਚ ਕਰੰਟ ਹੈ, ਉਹ ਕਰੰਟ ਨੇ ਹੀ ਇਹ ਪੱਖਿਆਂ ਨੂੰ ਘੁਮਾਇਆ ਹੈ। ਇਹ ਇਕੱਲੀ ਟਿਊਬ ਆਪਣੇ ਆਪ ਨਹੀਂ ਜਗ ਰਹੀ, ਇਹਦੇ ਪਿੱਛੇ ਇੱਕ ਪਾਵਰ ਕੰਮ ਕਰ ਰਹੀ ਹੈ। ਜੇ ਉਹ ਪਾਵਰ ਨਾ ਹੋਵੇ ਤੇ ਕਦੇ ਰੋਸ਼ਨੀ ਹੋ ਹੀ ਨਹੀਂ ਸਕਦੀ। ਜੇ ਉਹ ਪਾਵਰ ਨਾ ਹੋਵੇ ਤੇ ਇਹ ਪਰ ਕਦੇ ਘੁੰਮ ਹੀ ਨਹੀਂ ਸਕਦੇ। ਸਾਡੇ ਅੰਦਰ ਵੀ ਇੱਕ ਪਾਵਰ ਹੈ, ਜੇ ਪਾਵਰ ਕੰਮ ਕਰ ਰਹੀ ਹੈ ਤਾਂ ਹੀ ਅੱਖਾਂ ਦੀਆਂ ਪੁਤਲੀਆਂ ਹਿਲਦੀਆਂ ਨੇ, ਤਾਂ ਹੀ ਇਹ ਮੁੱਖ ਹਿਲ ਰਿਹਾ ਹੈ, ਇਹ ਜ਼ੁਬਾਨ ਵਿੱਚੋਂ ਦੀ ਇਹ ਬੋਲ ਨਿਕਲ ਰਹੇ ਆ। ਜਿਸ ਦਿਨ ਉਹ ਪਾਵਰ ਅੰਦਰ ਦੀ ਖਤਮ ਹੋ ਗਈ ਤੇ ਮੁਰਦਾ ਤੇ ਕਦੇ ਨਹੀਂ ਬੋਲਦਾ। ਅਸੀਂ ਕਹਿੰਦੇ ਆ ਇਹ ਡੈਡ ਹੋ ਗਿਆ, ਇਹ ਮੁਰਦਾ ਹੋ ਗਿਆ, ਹੁਣ ਇਹਨੇ ਨਾ ਸੁਣਨਾ, ਨਾ ਬੋਲਣਾ, ਨਾ ਉੱਠਣਾ, ਨਾ ਚੱਲਣਾ ਹੈ। ਕਿਉਂ? ਕਿਉਂਕਿ ਜਿਹੜੀ ਵਿੱਚ ਪਾਵਰ ਕੰਮ ਕਰਦੀ ਸੀ ਉਹ ਖਤਮ ਹੋ ਗਈ। ਉਹ ਪਰਮੇਸ਼ਵਰ ਜਿਹੜਾ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਉਹ ਵੱਖਰਾ ਹੈ, ਉਹ ਤਿੰਨ ਗੁਣਾਂ ਤੋਂ ਵੱਖਰਾ ਹੈ। ਪਰ ਸੱਚ ਇਹ ਹੈ ਵੀ ਤਿੰਨ ਗੁਣ ਬਣਾਏ ਵੀ ਉਹਨੇ ਆਪਣੇ ਆਪ ਨੇ। ਕੁਦਰਤ ਨੂੰ ਵੀ ਸਾਜਣ ਵਾਲਾ ਉਹ ਆਪ ਹੈ। ਚਲੋ ਮੰਨ ਲੈਂਦੇ ਹਾਂ ਵੀ ਕੁਦਰਤ ਵਿੱਚ ਕਾਦਰ ਨਹੀਂ ਵਸਦਾ, ਪਰ ਇਹ ਕੁਦਰਤ ਫਿਰ ਬਣਾਈ ਕਿਨੇ ਹੈ? ਸਾਨੂੰ ਪਿਛੋਕੜ ਵਿੱਚ ਜਾਣਾ ਪਏਗਾ। ਇੰਨੀ ਸਾਡੀ ਬਰੀਕੀ ਵਾਲੀ ਸੋਚ ਨਹੀਂ ਕਿ ਅਸੀਂ ਉਹ ਉੱਥੇ ਤੱਕ ਚਲੇ ਜਾਈਏ ਜਦੋਂ ਇਹ ਕੁਦਰਤ ਨੂੰ ਬਣਾਇਆ ਸੀ। ਤੇ ਜਦੋਂ ਗੱਲ ਕੁਦਰਤ ਦੀ ਆਉਂਦੀ ਹੈ ਤੇ ਇਹ ਵੀ ਨਾਲ ਜ਼ਿਕਰ ਕੀਤਾ, ਫਿਰ ਗੱਲ ਜਪਜੀ ਸਾਹਿਬ ਵੱਲ ਹੀ ਆਉਣਾ ਪੈਣਾ, ਕਿਉਂਕਿ ਜਪਜੀ ਸਾਹਿਬ ਦੀ ਬਾਣੀ ਸਾਨੂੰ ਸੰਪੂਰਨ ਗਿਆਨ ਕਰਾਉਂਦੀ ਹੈ। ਅਸੀਂ ਇੱਕ ਦਿਨ ਵਿੱਚ 10 ਵਾਰੀ ਪਾਠ ਜਪਜੀ ਸਾਹਿਬ ਦਾ ਕੀਤਾ, 20 ਵਾਰੀ ਕੀਤਾ, 50 ਵਾਰੀ ਕੀਤਾ, ਮੁਬਾਰਕ ਹੈ। ਕਈਆਂ ਕੋਲੋਂ ਇੱਕ ਵਾਰੀ ਵੀ ਨਹੀਂ ਹੁੰਦਾ। ਮੁਬਾਰਕ ਹੈ, ਤੁਸੀਂ 20 ਵਾਰ 10 ਵਾਰ 50 ਵਾਰ ਕਰ ਲਿਆ, ਪਰ ਉਹਦੇ ਵਿੱਚੋਂ ਦੀ ਸਮਝ ਕਿੰਨੀ ਕੁ ਆਈ?
ਉਹਦੇ ਵਿੱਚੋਂ ਗਿਆਨ ਕਿੰਨਾ ਕੁ ਆਇਆ ਕਿ ਸਮਝ ਆ ਗਈ। ਥਿਤ ਵਾਰਨਾ ਜੋਗੀ ਜਾਣੈ, ਰੁੱਤ ਮਹਾ ਨ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੈ, ਆਪੇ ਜਾਣੈ। ਸੋ ਇਹਦਾ ਮਤਲਬ ਕਰਤਾ ਹੈ ਤਾਂ ਹੀ ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਹੈ। ਆਪੇ ਜਾਣੇ, ਉਹ ਆਪ ਹੀ ਜਾਣਦਾ ਹੈ ਵੀ ਇਹ ਕੁਦਰਤ ਨੂੰ ਕਦੋਂ ਸਾਜਿਆ, ਪਹਿਲੀ ਰੁੱਤ ਕਿਹੜੀ ਸੀ, ਪਹਿਲਾਂ ਰਾਤ ਸੀ ਦਿਨ ਸੀ, ਪਹਿਲਾਂ ਕਿਹੜੀ ਰੁੱਤ ਸੀ। ਇਹ 6 ਰੁੱਤਾਂ ਵਿੱਚੋਂ ਪਹਿਲੀ ਰੁੱਤ ਉਸ ਵੇਲੇ ਕਿਹੜੀ ਹੈ। ਇਸ ਲਈ ਅਸੀਂ, ਸਾਡੀ ਹਜੇ ਇੰਨੀ ਬਰੀਕੀ ਵਾਲੀ ਸੋਚ ਨਹੀਂ ਬਣੀ ਕਿ ਅਸੀਂ ਬਰੀਕੀ ਨਾਲ ਉਸ ਧੁਰੇ ਤੱਕ ਪਹੁੰਚ ਜਾਈਏ ਜਦੋਂ ਕੁਦਰਤ ਨੂੰ ਸਾਜਿਆ। ਅੱਜ ਤੱਕ ਨਹੀਂ ਕੋਈ ਬਿਆਨ ਕਰ ਸਕਿਆ। ਔਰ ਗੁਰੂ ਨਾਨਕ ਸਾਹਿਬ ਤੋਂ ਵੱਡਾ ਫਿਰ ਕੌਣ ਹੋ ਸਕਦਾ ਹੈ। ਤੇ ਜੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ, ਮੈਂ ਕਿਵੇਂ ਵਰਣਨ ਕਰਾਂ, ਕਿਵੇਂ ਦੱਸਾਂ, ਕਿਵੇਂ ਸਾਰਾ ਸੰਸਾਰ ਦੀ ਰਚਨਾ ਮਾਲਕ ਨੇ ਕਦੋਂ ਕੀਤੀ ਹੈ। ਅਸੀਂ ਉਹਦੀ ਇਸ ਪਾਸੇ ਨਹੀਂ ਤੁਰਨਾ, ਅਸੀਂ ਤੁਰਨਾ ਵੀ ਉਹਨੂੰ ਮਹਿਸੂਸ ਕਰਕੇ ਉਹਦੇ ਵਿੱਚ ਸਮਾਉਣਾ ਕਿਵੇਂ ਹੈ। ਜਿੰਨੀਆਂ ਵੀ ਨਦੀਆਂ ਸਮੁੰਦਰ ਵੱਲ ਚੱਲ ਰਹੀਆਂ ਨੇ, ਇਹ ਸਮੁੰਦਰ ਦਾ ਅੰਤ ਪਾਉਣ ਲਈ ਨਹੀਂ ਚੱਲ ਰਹੀਆਂ, ਇਹ ਸਮੁੰਦਰ ਦਾ ਅਖੀਰ ਲੱਭਣ ਵਾਸਤੇ ਨਹੀਂ ਚੱਲ ਰਹੀਆਂ। ਜਿੰਨੀਆਂ ਵੀ ਨਦੀਆਂ ਚੱਲ ਰਹੀਆਂ ਨੇ, ਇਹ ਸਮੁੰਦਰ ਵਿੱਚ ਸਮਾ ਜਾਣ ਵਾਸਤੇ, ਉਸ ਸਮੁੰਦਰ ਦਾ ਰੂਪ ਹੋ ਜਾਣ ਵਾਸਤੇ। ਸਾਨੂੰ ਇਹ ਗੁਰਬਾਣੀ ਦਿੱਤੀ ਸੀ ਨਿਰੰਕਾਰ ਵਿੱਚ ਲੀਨ ਹੋਣ ਵਾਸਤੇ, ਉਹਦੇ ਵਿੱਚ ਸਮਾ ਜਾਣ ਵਾਸਤੇ। ਗੁਰਬਾਣੀ ਇਸ ਲਈ ਨਹੀਂ ਸੀ ਦਿੱਤੀ ਕਿ ਜਿੰਨਾ ਜਿੰਨਾ ਗਿਆਨ ਹੋਇਆ ਮੁੜ ਕੇ ਆਪਸ ਵਿੱਚ ਹੀ ਅਸੀਂ ਇੱਕ ਦੂਜੇ ਵਿੱਚ ਟਕਰਾਉਂਦੇ ਰਹੀਏ, ਅਸੀਂ ਆਪਸ ਵਿੱਚ ਹੀ ਉਲਝ ਜਾਈਏ, ਇੱਕ ਦੂਜੇ ਨੂੰ ਵੱਡਾ ਛੋਟਾ ਕਹਿੰਦਿਆਂ। ਪਰ ਜਿਹੜਾ ਗੁਰਬਾਣੀ ਦਾ ਅਸਲ ਜਿਹੜਾ ਮੂਲ ਮਕਸਦ ਸੀ, ਉਹਦੇ ਤੋਂ ਅਸੀਂ ਖੁੰਝ ਗਏ। ਸਾਡਾ ਮਕਸਦ ਸੀ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਏ। ਅਸੀਂ ਜਿਹੜੇ ਨਦੀਆਂ ਵਾਂਗ ਚੱਲ ਰਹੇ ਹਾਂ, ਆ ਜਿਹੜੇ ਲੱਖਾਂ ਦਰਿਆ ਇੱਕੋ ਹੀ ਕਵਾਓ ਵਿੱਚ ਚਲਾ ਦਿੱਤੇ ਆ, ਇਹ ਲੱਖਾਂ ਦਰਿਆ ਚੱਲਦੇ ਨੇ, ਇਹ ਸਮੁੰਦਰ ਵਿੱਚ ਉਹਦਾ ਰੂਪ ਹੋ ਜਾਣ ਵਾਸਤੇ। ਅਸੀਂ ਨਿਰੰਕਾਰ ਦਾ ਰੂਪ ਹੋਣ ਵਾਸਤੇ ਹੀ ਗੁਰੂ ਸਾਹਿਬ ਦਾ ਆਸਰਾ ਤੇ ਗੁਰਬਾਣੀ ਦਾ ਆਸਰਾ ਜਿਹੜਾ ਅਸੀਂ ਲੈਣਾ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਵੀ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੁਆਰਾ ਪਰਮੇਸ਼ਵਰ ਨੂੰ ਪਾ ਲਿਆ ਜਾਂ ਸਮਝ ਲਿਆ, ਉਹ ਫਿਰ ਉਹਨਾਂ ਦਾ ਜੀਵਨ ਸੁਖਾਲਾ ਹੋ ਜਾਂਦਾ ਹੈ, ਸੁਖੀ ਹੋ ਜਾਂਦਾ ਹੈ। ਸਾਨੂੰ ਬਿਲਕੁਲ ਆਮੋ ਸਾਹਮਣੇ ਗੁਰਬਾਣੀ ਇਸ ਲਈ ਦਿੱਤੀ ਹੈ ਵੀ ਤੂੰ ਮਹਿਸੂਸ ਕਰਕੇ ਆਮੋ ਸਾਹਮਣੇ ਗੱਲ ਪਰਮੇਸ਼ਵਰ ਵਿੱਚ, ਕੋਈ ਵਿਚੋਲਾ ਰਵੇ ਹੀ ਨਾ, ਵਿੱਚ ਕੋਈ ਓਲਾ ਵੀ ਨਾ। ਜੇ ਵਿਚੋਲਾ ਹੀ ਨਹੀਂ ਹੈ ਤੇ ਫਿਰ ਓਲਾ ਵੀ ਕੋਈ ਨਹੀਂ ਹੈ। ਕੋਈ ਵਿੱਚ ਵਿਚੋਲਾ ਓਲਾ ਰੱਖਿਆ ਹੀ ਨਹੀਂ ਹੈ। ਮਾਰੇ ਕਹਿੰਦੇ ਆਮੋ ਸਾਹਮਣੇ ਬੈਠ ਕੇ ਗੱਲ ਕਰ ਕਿ ਹੇ ਮੇਰੇ ਮਾਲਕ ਜੀ, ਤੂੰ ਇਦਾਂ ਦਾ ਹੈ ਤੇ ਮੈਂ ਇਦਾਂ ਦਾ ਹਾਂ। ਇਹ ਸਾਰੀ ਜਿਹੜੀ ਬਖਸ਼ਿਸ਼ ਹੈ ਇਹ ਤੁਹਾਡੀ ਦਿੱਤੀ ਹੈ, ਮੇਰਾ ਕੁਛ ਵੀ ਨਹੀਂ ਹੈ। ਹੁਣ ਜਦੋਂ ਗੱਲ ਕਰਾਂਗੇ ਤੇ ਆਮੋ ਸਾਹਮਣੇ ਹੀ ਹੋਣੀ ਹੈ ਨਾ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਮਤਲਬ ਸਾਹਮਣੇ ਜਿਹੜਾ ਬੈਠਾ ਹੈ ਵੀ ਤੇਰਾ ਹੀ ਹੈ ਸਭ ਕੁਝ, ਮੇਰਾ ਤੇ ਕੁਛ ਵੀ ਨਹੀਂ ਹੈ, ਇਹ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਤੇ ਜੇ ਮੈਂ ਆਪਣਾ ਆਪਾ ਤੈਨੂੰ ਸਮਰਪਣ ਕਰ ਦਿਆਂ ਤੇ ਮੇਰੇ ਪਿੱਛੇ ਕੀ, ਮੇਰੇ ਪੱਲੇ ਕੀ ਰਹਿ ਜਾਏਗਾ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਮੇਰਾ ਕੀ ਹੈ, ਮੇਰੇ ਪੱਲੇ ਤਾਂ ਫਿਰ ਕੱਖ ਵੀ ਨਹੀਂ ਹੈ, ਜੋ ਤੇਰਾ ਤੈਨੂੰ ਸੌਂਪ ਦਿੱਤਾ ਤਾਂ। ਫਿਰ ਜੇ ਮੇਰੇ ਪੱਲੇ ਕੱਖ ਵੀ ਨਹੀਂ ਹੈ, ਸਭ ਕੁਝ ਜੇ ਸੌਂਪਣ ਦੀ ਗੱਲ, ਜੇ ਮਾਲਕ ਹੀ ਕਵੇ ਕਿ ਜੋ ਜੋ ਮੇਰਾ ਵਾਪਸ ਕਰ, ਤੂੰ ਹੰਕਾਰ ਦੇ ਵਿੱਚ ਬੜਾ ਉਡਾਰੀਆਂ ਮਾਰ ਰਿਹਾ, ਮੈਂ ਇਹ ਹਾਂ, ਮੈਂ ਆਹ ਹਾਂ, ਮੈਂ ਉਹ ਹਾਂ, ਮੈਂ ਆਹ ਕਰ ਦਿਆਂਗਾ, ਮੈਂ ਇੱਦਾਂ ਕਰ ਦਿਆਂਗਾ। ਮਹਾਰਾਜ ਕਹਿੰਦੇ ਠੀਕ ਹੈ, ਜਿਹੜੀ ਤੇਰੀ ਮੈਂ ਆ ਨਾ,
ਇਹ ਮੈਂ ਆਪਣੇ ਕੋਲ ਰੱਖ ਤੇ ਬਾਕੀ ਸਾਰਾ ਕੁਝ ਮੇਰਾ ਮੋੜ ਦੇ। ਤੇ ਜਦੋਂ ਅਸੀਂ ਕਹਾਂਗੇ ਲਓ ਆਪਣਾ ਸਾਰਾ ਕੁਝ ਤੁਸੀਂ ਸਾਡੇ ਤੋਂ ਲੈ ਲਓ, ਤੇ ਫਿਰ ਸਾਡੇ ਪੱਲੇ ਕੀ ਰਹਿ ਗਿਆ? ਸਾਡੇ ਪੱਲੇ ਤਾਂ ਕੱਖ ਵੀ ਨਹੀਂ। ਆ ਹੋਂਦ ਵੀ ਖਤਮ ਹੋ ਜਾਣੀ ਹੈ, ਕਿਉਂਕਿ ਇਹ ਹੋਂਦ ਵੀ ਉਸ ਮਾਲਕ ਨੇ ਦਿੱਤੀ ਹੈ। ਇਹ ਨੇਤਰ ਵੀ ਉਹਦੇ ਦਿੱਤੇ ਆ, ਇਹ ਕੰਨ ਵੀ ਉਹਦੇ ਦਿੱਤੇ ਆ, ਇਹ ਜ਼ੁਬਾਨ ਵੀ ਉਹਦੀ ਦਿੱਤੀ ਹੈ, ਇਹ ਹੱਥ ਪੈਰ ਵੀ ਉਹਦੇ ਦਿੱਤੇ ਆ। ਤੇ ਜੇ ਅਸੀਂ ਉਹਨੂੰ ਦੇ ਦਿੱਤੇ ਫਿਰ ਸਾਡੇ ਕੋਲ ਰਹਿ ਕੀ ਗਿਆ? ਫਿਰ ਜੇ ਸਾਡੇ ਪੱਲੇ ਕੁਛ ਨਹੀਂ ਫਿਰ ਹੰਕਾਰ ਕਾਹਦਾ? ਇਹ ਹੰਕਾਰ ਹੀ ਨਿਰੰਕਾਰ ਦਾ ਸ਼ਰੀਕ ਬਣਾਉਂਦਾ ਹੈ। ਰਾਤ ਵੀ ਇਤਿਹਾਸ ਵਿੱਚ ਇਹੀ ਗੱਲ ਚੱਲੀ ਕਿ ਜਦੋਂ ਬੰਦੇ ਅੰਦਰ ਹੰਕਾਰ ਆ ਜਾਏ ਉਹਦੇ ਸਾਹਮਣੇ ਤੇ ਰੱਬ ਵੀ ਛੋਟਾ ਪੈ ਜਾਂਦਾ ਹੈ। ਇਹ ਹੰਕਾਰ ਸਾਨੂੰ ਰੱਬ ਦਾ ਸ਼ਰੀਕ ਬਣਾਉਂਦਾ ਹੈ ਵੀ ਹੇ ਰੱਬ ਜੀ ਤੁਹਾਡੇ ਨਾਲੋਂ ਮੇਰੀ ਹੋਂਦ ਵੱਡੀ ਹੈ। ਇਸੇ ਗਰਭ ਵਿੱਚ ਫਿਰ ਬੰਦਾ ਗਲ ਜਾਂਦਾ ਹੈ, ਤਬਾਹ ਹੋ ਜਾਂਦਾ ਹੈ, ਹਾਸਲ ਕੁਛ ਨਹੀਂ ਹੁੰਦਾ। ਗੁਰਬਾਣੀ ਸਾਨੂੰ ਮਨ ਨੂੰ ਨੀਵਾਂ ਰੱਖ ਕੇ ਨਿਰੰਕਾਰ ਨੂੰ ਮਹਿਸੂਸ ਕਰਨਾ ਦੀ ਜਾਚ ਸਿਖਾਉਂਦੀ ਹੈ, ਜਿੱਥੇ ਅਸੀਂ ਪਰਮੇਸ਼ਵਰ ਨੂੰ ਕਹਿ ਸਕੀਏ ਕਿ ਮੈਂ ਜਿੱਧਰ ਵੀ ਵੇਖਦਾ ਮੈਨੂੰ ਤੇਰੇ ਤੋਂ ਮਾਲਕਾ, ਤੇਰੇ ਤੋਂ ਬਿਨਾਂ ਕੁਛ ਨਹੀਂ ਦਿਸਦਾ। ਫਿਰ ਇਸ ਸੰਸਾਰ 'ਚ ਨਫ਼ਰਤ ਕਿਹਦੇ ਨਾਲ ਕਰਾਂਗੇ? ਫਿਰ ਜੇ ਮਨ 'ਚ ਈਰਖਾ ਹੋਏਗੀ ਤਾਂ ਕਿਹਦੇ ਪ੍ਰਤੀ ਹੋਏਗੀ? ਜੇ ਅਸੀਂ ਮਨ ਦੇ ਵਿੱਚ ਕਿਸੇ ਵੀ ਪ੍ਰਤੀ ਨਫ਼ਰਤ ਰੱਖਾਂਗੇ ਤੇ ਰੱਖਾਂਗੇ ਕਿਹਦੇ ਪ੍ਰਤੀ? ਕਿਉਂਕਿ ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੁ ਨ ਜਾਈ ਰਵ ਰਹਿਆ, ਸਰਬੱਤਰ ਮੈਂ ਮਨ ਸਦਾ ਧਿਆਈ। ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਸਰਚ ਕਰਕੇ ਵੇਖ ਲਿਓ। ਜੇ ਗੱਲ ਤੁਹਾਨੂੰ ਝੂਠੀ ਲੱਗੇ ਤਾਂ ਆਪ ਸਰਚ ਕਰਕੇ ਵੇਖ ਲਿਓ। ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜਿਹਨੇ ਇੱਕ ਓਅੰਕਾਰ ਦੀ ਗੱਲ ਕੀਤੀ ਨਹੀਂ, ਇੱਕ ਓਅੰਕਾਰ ਨਾਲ ਮਿਲਾਇਆ ਹੈ। ਇੱਕ ਓਅੰਕਾਰ ਦੀ ਪਰਿਭਾਸ਼ਾ ਦਿੱਤੀ ਹੈ, ਡੈਫੀਨੇਸ਼ਨ ਦਿੱਤੀ ਹੈ, ਔਰ ਉਹਦੇ ਨਾਲ ਮਿਲਾਉਣ ਦਾ ਯਤਨ ਕੀਤਾ। ਕੇਵਲ ਇਹ ਨਹੀਂ ਇੱਕ ਓਅੰਕਾਰ ਹੈ, ਉਹ ਕੌਣ ਹੈ, ਕਿੱਦਾਂ ਦਾ ਹੈ, ਇਹ ਕਹਿ ਕੇ ਗੱਲ ਛੱਡ ਨਹੀਂ ਦਿੱਤੀ। ਬਕਾਇਦਾ ਨਿਰੰਕਾਰ ਇੱਕ ਅਕਾਲ ਪੁਰਖ ਨਾਲ ਕਿਵੇਂ ਮਿਲਣਾ ਹੈ, ਜਾਂ ਜਿਹੜੇ ਮਿਲੇ ਨੇ ਉਹ ਕੌਣ ਨੇ, ਸਾਰੀ ਗੱਲ ਕੀਤੀ ਹੈ। ਉਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਠਾਇਆ ਜਿਹੜੇ ਇੱਕ ਅਕਾਲ ਪੁਰਖ ਵਿੱਚ ਉਹਦਾ ਹੀ ਰੂਪ ਹੋ ਗਏ, ਜਿਹੜੇ ਕਹਿੰਦੇ ਨੇ ਮਾਣ ਨਾਲ ਕਿ ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ, ਜਿਹੜੇ ਇੱਕ ਮਿਕ ਹੋ ਗਏ ਉਹਦੇ 'ਚ। ਇਸ ਲਈ ਸਤਿਗੁਰੂ ਮਹਾਰਾਜ ਨੇ ਸਮਝਾਇਆ ਕਿ ਤੂੰ ਮਾਣ ਨਾ ਕਰ, ਤੂੰ ਗੁਰੂ ਦੇ ਰਾਹੀਂ ਉਹਨੂੰ ਸਮਝਣ ਦਾ ਯਤਨ ਕਰ। ਜਿੰਨਾ ਵੀ ਗੁਰਬਾਣੀ ਦਾ ਪਾਠ ਕਰੀਏ ਬਸ ਇਸੇ ਲਈ ਕਰੀਏ ਕਿ ਮੈਂ ਨਿਰੰਕਾਰ ਨੂੰ ਪਾਉਣਾ ਚਾਹੁੰਦਾ ਹਾਂ। ਮੈਂ ਉਹਦੇ ਤੋਂ ਰੱਬੀ ਜੋਤ ਕਰਕੇ ਜੋ ਵਿਛੜਿਆ ਹੋਇਆ, ਮੈਂ ਆਪਣੀ ਇਸ ਜੋਤ ਨੂੰ ਰੱਬੀ ਜੋਤ ਵਿੱਚ ਲੀਨ ਕਰਨਾ ਹੈ। ਜਿਹਨੂੰ ਕਹਿੰਦੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੰਪੂਰਨ ਤਾਂ ਉਦੋਂ ਹੀ ਹੋਵਾਂਗੇ ਨਾ ਜਦੋਂ ਰੱਬੀ ਜੋਤ ਵਿੱਚ ਜਾ ਕੇ ਰਲ ਜਾਏਗੀ। ਜਿੰਨਾ ਚਿਰ ਜੋਤੀ ਜੋਤ ਰਲੀ ਵਾਲੀ ਖੇਡ ਨਹੀਂ ਬਣਦੀ ਅਸੀਂ ਸੰਪੂਰਨ ਹੋ ਹੀ ਨਹੀਂ ਸਕਦੇ, ਅਸੀਂ ਪੂਰੇ ਹੋ ਹੀ ਨਹੀਂ ਸਕਦੇ। ਹਾਂ, ਕੋਈ ਸਰੀਰ ਛੱਡ ਗਿਆ ਕਹਿ ਦਿਆਂਗੇ ਵੀ ਇਹ ਪੂਰਾ ਹੋ ਗਿਆ, ਪਰ ਅੰਦਰੋਂ ਪੂਰਾ ਨਹੀਂ ਹੋਇਆ। ਇਹ ਜ਼ਿੰਦਗੀ ਦਾ ਸਮਾਂ ਪੂਰਾ ਹੋ ਗਿਆ, ਜਿਹੜਾ ਸਮਾਂ ਮਿਲਿਆ ਸੀ ਨਾ ਮਰਨ ਲਿਖਾਏ ਮੰਡਲ ਮੈਂ ਆਏ, ਉਹ ਸਮਾਂ ਪੂਰਾ ਹੋ ਗਿਆ। ਜਿਹੜਾ ਆਇਆ ਸੀ ਉਹਦੇ ਚੱਲਣ ਦਾ ਸਮਾਂ ਪੂਰਾ ਹੋ ਗਿਆ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਏ, ਉਹ ਚੱਲਣ ਵਾਲਾ ਸਮਾਂ ਪੂਰਾ ਹੋਇਆ। ਸਾਡੇ ਹਜੇ ਅਧਿਆਤਮਕ ਸਫ਼ਰ ਦਾ ਜਿਹੜਾ ਰਸਤਾ ਉਹ ਪੂਰਾ ਨਹੀਂ ਹੋਇਆ, ਉਹ ਹਜੇ ਅਧੂਰਾ ਹੀ ਹੈ, ਜੇ ਅਸੀਂ ਹਜੇ ਆਹ ਸ਼ਬਦ ਤੱਕ ਨਹੀਂ ਪਹੁੰਚੇ ਹਾਂ। ਇਸ ਲਈ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਮਹਾਰਾਜ ਜੀ ਨੇ ਜ਼ਿਕਰ ਕੀਤਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਹਾਰੇ ਜਾਵਾਂ, ਉਹਨਾਂ ਤੋਂ ਸਦਕੇ ਜਾਵਾਂ ਜਿਨ੍ਹਾਂ ਨੇ ਗੁਰੂ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਦੇਖ ਲਿਆ, ਸਮਝ ਲਿਆ, ਮਹਿਸੂਸ ਕਰ ਲਿਆ। ਕਿਉਂਕਿ ਜਿਸ ਦੁਨੀਆ ਵਿੱਚ ਬੜੇ ਬੈਠੇ ਆ ਰੱਬ ਦਿਖਾਉਣ ਵਾਲੇ,
ਅਸੀਂ ਕਿਹਦੀ ਨਜ਼ਰ ਨਾਲ ਵੇਖਣਾ ਹੈ? ਗੁਰੇ ਦਿਖਾਇਓ ਲੋਏ ਨਾ। ਗੁਰੂ ਨੇ ਗਿਆਨ ਦੀ ਅੱਖ ਨਾਲ ਦਿਖਾਣਾ ਹੈ। ਸਭ ਕਹਿੰਦੇ ਆ ਮੈਂ ਤੈਨੂੰ ਗਿਆਨ ਦੀ ਅੱਖ ਨਾਲ ਵਿਖਾਵਾਂ। ਫਿਰ ਜਦੋਂ ਤੂੰ ਗਿਆਨ ਦੀ ਅੱਖ ਨਾਲ ਵੇਖ ਲਏਗਾ ਫਿਰ ਹਰ ਪਾਸੇ ਤੈਨੂੰ ਉਹੀ ਉਹ ਨਜ਼ਰ ਆਏਗਾ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ। ਅੱਜ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਜਿਨ੍ਹਾਂ ਨੂੰ ਸਮਝ ਆ ਗਈ ਫਿਰ ਉਹਨਾਂ ਨੇ ਆਖਿਆ ਤੂੰ ਪੇੜ। ਤੂੰ ਮੈਨੇ ਸਾਹਮਣੇ ਗੱਲ ਹੋ ਰਹੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ। ਹੇ ਵਾਹਿਗੁਰੂ ਜੀ, ਮੈਂ ਮਹਿਸੂਸ ਕਰ ਪਾ ਰਿਹਾ, ਕਿਉਂਕਿ ਹਵਾ ਦਾ ਕੋਈ ਰੂਪ ਰੰਗ ਨਹੀਂ ਹੁੰਦਾ। ਹਵਾ ਮਹਿਸੂਸ ਹੁੰਦੀ ਹੈ ਵੀ ਗਰਮ ਹੈ ਕਿ ਠੰਡੀ ਹੈ। ਫੁੱਲ ਦੇ ਖੁਸ਼ਬੂ ਦਾ ਕੋਈ ਰੰਗ ਨਹੀਂ ਹੁੰਦਾ। ਜਾਂ ਤਾਂ ਫਿਰ ਜੇ ਅਸੀਂ ਕੁਦਰਤ 'ਚ ਕਾਦਰ ਨਹੀਂ ਮੰਨਦੇ ਫਿਰ ਫੁੱਲ ਵਿੱਚ ਖੁਸ਼ਬੂ ਵੀ ਨਾ ਮੰਨੋ, ਉਹ ਕਿਹੜਾ ਦਿਸਦੀ ਹੈ। ਜੇ ਇਹ ਕੁਦਰਤ ਵਿੱਚ ਹਵਾ ਚੱਲ ਰਹੀ ਹੈ ਤੇ ਉਹ ਕਿਹੜਾ ਦਿਸਦੀ ਹੈ? ਉਹਦਾ ਨਾ ਕੋਈ ਰੂਪ ਹੈ, ਨਾ ਰੰਗ ਹੈ, ਨਾ ਸ਼ਕਲ ਹੈ, ਨਾ ਸੂਰਤ ਹੈ। ਪਰ ਉਹ ਵੀ ਮਹਿਸੂਸ ਕਰਦੇ ਆ। ਇਸੇ ਤਰ੍ਹਾਂ ਉਹਨੂੰ ਵੀ ਮਹਿਸੂਸ ਕਰੋ ਵੀ ਉਹ ਹੈ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਪੇੜ। ਪੇੜ ਦਾ ਅਰਥ ਹੁੰਦਾ ਤੂੰ ਦਰਖਤ ਹੈ, ਤੂੰ ਰੁੱਖ ਹੈ। ਸ਼ਾਖ ਤੇਰੀ ਫੂਲੀ। ਆ ਜਿੰਨੀਆਂ ਵੀ ਸ਼ਾਖਾਵਾਂ ਨੇ, ਆ ਜਿੰਨੇ ਵੀ ਜੀਵ ਨੇ ਸੰਸਾਰ ਦੇ ਵਿੱਚ, ਇਹ ਸਾਰੀਆਂ ਉਹਦੀਆਂ ਹੀ ਸ਼ਾਖਾਵਾਂ ਨੇ, ਇਹ ਉਹਦੀਆਂ ਹੀ ਡਾਲੀਆਂ ਨੇ, ਉਹਦੇ ਹੀ ਫੁੱਲ ਨੇ, ਉਹਦੇ ਹੀ ਸਾਰੇ ਇਹ ਪੱਤੇ। ਰੁੱਖ ਇੱਕ ਹੈ ਪਰ ਇੱਕ ਰੁੱਖ ਦੇ ਅੱਗੋਂ ਟਾਹਣੀਆਂ ਕਿੰਨੀਆਂ ਨੇ। ਰੁੱਖ ਇੱਕ ਹੈ ਪਰ ਇੱਕ ਰੁੱਖ ਦੇ ਉੱਤੇ ਪੱਤੇ ਕਿੰਨੇ ਆ, ਫਿਰ ਉਹਨੂੰ ਫੁੱਲ ਕਿੰਨੇ ਲੱਗਦੇ ਆ, ਫਿਰ ਫਲ ਕਿੰਨੇ ਲੱਗਦੇ ਆ। ਪਰ ਉਹ ਸਾਰਾ ਕੁਝ ਹੈ ਕਿਹਦੇ ਕਰਕੇ? ਇੱਕ ਰੁੱਖ ਦੇ ਕਰਕੇ। ਜੇ ਰੁੱਖ ਨਹੀਂ ਤਾਂ ਟਾਹਣੀਆਂ ਵੀ ਨਹੀਂ, ਪੱਤੇ ਵੀ ਨਹੀਂ, ਫੁੱਲ ਵੀ ਨਹੀਂ ਤੇ ਫਲ ਵੀ ਨਹੀਂ। ਫਿਰ ਬੇਨਤੀ ਕਰਾਂ, ਜੇ ਕਾਦਰ ਨਹੀਂ ਤਾਂ ਕੁਦਰਤ ਵੀ ਨਹੀਂ, ਜੇ ਨਿਰੰਕਾਰ ਨਹੀਂ ਤਾਂ ਸੰਸਾਰ ਵੀ ਨਹੀਂ, ਜੇ ਰੁੱਖ ਨਹੀਂ ਤਾਂ ਪੱਤੇ ਵੀ ਨਹੀਂ, ਟਾਹਣੀਆਂ ਵੀ ਨਹੀਂ। ਇਹ ਸਾਰਾ ਬਗੀਚਾ ਉਸੇ ਮਾਲੀ ਦਾ ਬਣਾਇਆ। ਇੱਕੋ ਹੀ ਮਾਲੀ ਹੈ ਪੂਰੇ। ਸਾਡੇ ਘਰਾਂ ਦੇ ਮਾਲੀ ਵੱਖਰੇ ਹੋ ਸਕਦੇ ਆ, ਬਾਗ ਬਗੀਚਿਆਂ ਦੇ ਮਾਲੀ ਵੱਖਰੇ ਵੱਖਰੇ ਸ਼ਹਿਰਾਂ ਦੇ ਹੋ ਸਕਦੇ ਆ, ਪਰ ਸਾਰਾ ਸੰਸਾਰ ਇੱਕ ਬਗੀਚਾ ਹੈ। ਇਹ ਸਾਰੇ ਬਗੀਚੇ ਦਾ ਮਾਲੀ ਇੱਕੋ ਹੀ ਹੈ, ਜਿਹੜਾ ਹਰ ਇੱਕ ਫੁੱਲ ਫਲ ਪੱਤੇ ਟਾਹਣੀਆਂ ਦਾ ਧਿਆਨ ਰੱਖਣ ਵਾਲਾ ਹੈ। ਬਾਹਰ ਦੇ ਮਾਲੀ ਕੋਲੋਂ ਭਾਵੇਂ ਕੋਈ ਬੂਟਾ ਛੁੱਟ ਜਾਏ, ਨਾ ਨਜ਼ਰ ਪਵੇ, ਪਰ ਇਹ ਏਡਾ ਵੱਡਾ ਮਾਲੀ ਹੈ, ਇਹਦੀ ਨਜ਼ਰ ਤੋਂ ਪਰੇ ਕੁਛ ਵੀ ਨਹੀਂ ਹੈ। ਹਾਂ, ਅਸੀਂ ਬਾਗ ਦੇਖ ਰਹੇ ਹਾਂ, ਬਗੀਚੇ ਦੇਖ ਰਹੇ ਹਾਂ, ਫੁੱਲ ਫਲ ਦੇਖ ਰਹੇ ਹਾਂ, ਪਰ ਸਾਨੂੰ ਮਾਲੀ ਨਹੀਂ ਦਿਸਦਾ। ਪਰ ਜੇ ਸਾਨੂੰ ਨਹੀਂ ਦਿਸਦਾ ਇਹਦਾ ਮਤਲਬ ਨਹੀਂ ਕਿ ਉਹ ਸਾਨੂੰ ਨਹੀਂ ਦੇਖ ਪਾ ਰਿਹਾ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਉਹ ਤਾਂ ਵੇਖ ਰਿਹਾ ਹੈ। ਉਹ ਹਰ ਇੱਕ ਦੀ ਖਬਰ ਰੱਖ ਕੇ ਬੈਠਾ ਹੈ ਕਿ ਕਿਹੜਾ ਬੂਟਾ ਮਾੜਾ ਤੇ ਕਿਹੜਾ ਚੰਗਾ ਹੈ, ਕਿਹੜਾ ਜਿਹੜਾ ਉਹ ਅੰਦਰੋਂ ਸਵਾਹ ਨਾਲ ਭਰਿਆ ਜਾਂਦਾ ਪਿਆ ਤੇ ਕਿਹੜਾ ਹੈ ਜਿਹੜਾ ਅੰਦਰੋਂ ਕੀਮਤੀ ਆ ਨਾਮ ਦੇ ਰਤਨ ਨਾਲ ਭਰਿਆ ਜਾਂਦਾ ਹੈ। ਕਿਹੜਾ ਹੈ ਜਿਹਨੂੰ ਉਹ ਛੋਟੇ ਤਿਲ ਬੁਆੜ ਵਾਂਗੂ ਛੱਡਣਾ ਪਏਗਾ ਤੇ ਕਿਹੜਾ ਹੈ ਜਿਹਦੇ ਵਿੱਚ ਬੂਟਿਆਂ 'ਚ ਤਿਲ ਹੈ, ਉਹਨੂੰ ਸੰਭਾਲਣਾ ਪਏਗਾ। ਇਹ ਉਹ ਵੇਖ ਰਿਹਾ ਹੈ। ਉਹ ਭਲੇ ਬੁਰੇ ਦੀ ਅੰਦਰ ਦੀ ਅਵਸਥਾ ਨੂੰ ਜਾਣਨ ਵਾਲਾ ਹੈ। ਇਸ ਲਈ ਮਹਾਰਾਜ ਨੇ ਆਖਿਆ ਕਿ ਏਕ ਬਗੀਚਾ ਪੇੜ ਘਨ ਕਰਿਆ। ਉਹ ਸਾਰਾ ਸੰਸਾਰ ਇੱਕ ਉਸ ਮਾਲੀ ਦਾ ਬਗੀਚਾ ਹੈ, ਔਰ ਇਸ ਬਗੀਚੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਬੂਟੇ ਇਹ ਉਸ ਮਾਲਕ ਦੇ ਲਾਏ ਆ। ਔਰ ਹੈਰਾਨੀ ਵਾਲੀ ਗੱਲ, ਜਿੰਨੇ ਵੀ ਆ ਧਰਤੀ ਉੱਤੇ ਮਾਲੀ ਨੇ ਨਾ ਬਾਗ ਬਗੀਚਿਆਂ ਦੇ, ਉਹਨਾਂ ਨੂੰ ਕਹੋ ਵੀ ਤੁਸੀਂ ਜਿੰਨੇ ਫੁੱਲ ਲਾਉਣੇ ਆ, ਕਿਸੇ ਦੀ ਸ਼ਕਲ ਕਿਸੇ ਨਾਲ ਮਿਲਣੀ ਨਹੀਂ ਚਾਹੀਦੀ। ਜਿੰਨੇ ਤੁਸੀਂ ਫੁੱਲ ਲਾਉਣੇ ਆ ਨਾ, ਕਿਸੇ ਦਾ ਮੁਹਾਂਦਰਾ ਕਿਸੇ ਨਾਲ ਮਿਲਣਾ ਨਹੀਂ ਚਾਹੀਦਾ। ਹਾਂ ਚਲੋ ਕਿਤੇ ਇੱਕ ਅੱਧੇ ਦਾ ਮਿਲ ਜਾਏ, ਪਰ ਸਾਰਿਆਂ ਦੀ ਸ਼ਕਲਾਂ ਵੱਖਰੀਆਂ ਹੋਣੀਆਂ ਚਾਹੀਦੀਆਂ। ਤੇ ਮਾਲੀ ਕਹੇਗਾ ਮੇਰਾ ਕੰਮ ਬੀਜ ਪਾਉਣਾ ਹੈ, ਬੀਜ ਪਾਉਣਾ ਹੈ। ਉਹ ਫੁੱਲ ਕਿਹੜੇ ਰੰਗ ਦਾ ਵਿੱਚੋਂ ਨਿਕਲਣਾ ਹੈ ਉਹ ਮੇਰਾ ਕੰਮ ਨਹੀਂ ਹੈ।
ਇਹ ਉਸ ਕਾਦਰ ਦਾ ਕੰਮ ਹੈ। ਕੋ ਕੁਦਰਤ ਵਿੱਚ ਕਿਹਨੂੰ ਕਿਹੜਾ ਰੰਗ ਭਰਨਾ। ਆ ਜਿੰਨੇ ਆਪਾਂ ਫੁੱਲ ਬੈਠੇ ਆ, ਕਿਸੇ ਦੀ ਸ਼ਕਲ ਕਿਸੇ ਨਾਲ ਮਿਲਦੀ ਹੈ, ਕਿਸੇ ਦੀ ਆਵਾਜ਼ ਕਿਸੇ ਨਾਲ ਮਿਲਦੀ ਹੈ। ਹਜ਼ਾਰਾਂ ਬੰਦਿਆਂ ਵਿੱਚ ਜਿਹਨੂੰ ਅਸੀਂ ਜਾਣਦੇ ਹਾਂ, ਜੇ ਉਹ ਬੋਲ ਪਵੇ ਤੇ ਸਾਨੂੰ ਪਤਾ ਲੱਗਦਾ ਫਲਾਣਾ ਸੱਜਣ ਬੋਲ ਰਿਹਾ, ਇਹ ਫਲਾਣੇ ਦੀ ਆਵਾਜ਼ ਹੈ, ਇਹ ਫਲਾਣੇ ਦੀ ਆਵਾਜ਼ ਹੈ। ਕਰੋੜਾਂ ਦੀ ਅਰਬਾਂ ਦੀ ਦੁਨੀਆ ਤੇ ਅਰਬਾਂ ਦੀ ਦੁਨੀਆ 'ਚ ਪਤਾ ਲੱਗ ਜਾਂਦਾ ਇਹ ਫਲਾਣੇ ਦੀ ਆਵਾਜ਼ ਹੈ, ਕਿਉਂਕਿ ਉਹਨੇ ਜਿੰਨੇ ਫੁੱਲ ਬਣਾਏ ਨੇ ਇਸ ਬਗੀਚੇ ਦੇ, ਕਿਸੇ ਦੀ ਸ਼ਕਲ ਕਿਸੇ ਦੇ ਨਾਲ ਨਹੀਂ। ਹਾਂ, ਫਿਰ ਬੇਨਤੀ ਕਰਾਂ, ਕਿਤੇ ਕਿਤੇ ਹੁੰਦਾ ਵੀ ਕਿਸੇ ਦਾ ਮੁਹਾਂਦਰਾ ਕਿਸੇ ਨਾਲ ਮਿਲ ਜਾਏ, ਕਿਸੇ ਦੀ ਆਵਾਜ਼ ਕਿਸੇ ਨਾਲ ਮੇਲ ਖਾ ਜਾਏ, ਨਹੀਂ ਤਾਂ ਸਾਰੇ ਰੰਗ ਮਾਲਕ ਦੇ ਜਿਹੜੇ ਬਣਾਏ ਹੋਏ ਆ ਵੱਖਰੇ ਵੱਖਰੇ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ, ਹੇ ਅਕਾਲ ਪੁਰਖ ਜੀ, ਤੂੰ ਪੇੜ ਹੈ, ਤੂੰ ਦਰਖਤ ਹੈ, ਸ਼ਾਖ ਤੇਰੀ ਫੂਲੀ। ਇਹ ਸਾਰੀਆਂ ਜਿਹੜੀ ਫੁੱਲ ਨਾਲ ਭਰੀਆਂ ਹੋਈਆਂ ਸ਼ਾਖਾਵਾਂ ਨੇ, ਇਹ ਸਾਰੀਆਂ ਤੇਰੀਆਂ ਨੇ। ਤੂੰ ਸੂਖਮ ਹੋਆ ਅਸਥੂਲੀ, ਤੁਸੀਂ ਸੂਖਸ਼ਮ ਰੂਪ ਵਿੱਚ ਵੀ ਹੋ ਔਰ ਤੁਸੀਂ ਅਸਥੂਲ ਰੂਪ ਵਿੱਚ ਵੀ ਹੋ। ਸੂਖਸ਼ਮ ਦਾ ਅਰਥ ਹੁੰਦਾ ਜਿੱਥੇ ਦਿਖਾਈ ਨਾ ਦੇਵੇ, ਤੇ ਅਸਥੂਲ ਦਾ ਮਤਲਬ ਹੈ ਜਿਹੜਾ ਦਿਖਾਈ ਦੇ ਰਿਹਾ ਹੈ। ਤੁਸੀਂ, ਤੁਹਾਡੀ ਦੋ ਅਵਸਥਾਵਾਂ ਨੇ, ਕਿਉਂਕਿ ਸੰਸਾਰ ਵੀ ਤੁਸੀਂ ਬਣਾਇਆ ਤੇ ਨਿਰੰਕਾਰ ਵੀ ਤੁਸੀਂ ਹੋ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ। ਜਿਹੜੀ ਦੂਜੀ ਕੁਦਰਤ ਸਾਜੀ ਹੈ ਉਹ ਵੀ ਤਾਂ ਤੁਸੀਂ ਹੀ ਸਾਜੀ, ਜਾਂ ਕਹਿ ਲਓ ਕਿ ਤੁਹਾਡੇ ਵਿੱਚੋਂ ਹੀ ਕੁਦਰਤ ਨਿਕਲੀ ਹੈ। ਕਈ ਵਿਦਵਾਨਾਂ ਨੇ ਸੈ ਭੰਗ ਦਾ ਅਰਥ ਕੀਤਾ ਸਵਯੰ ਨੂੰ ਜਦੋਂ ਭੰਗ ਕਰ ਦੇਣਾ, ਸਵਯੰ ਨੂੰ ਜਦੋਂ ਦੋ ਹਿੱਸਿਆਂ ਵਿੱਚ ਕਰ ਦੇਣਾ। ਹੈ ਇੱਕੋ ਹੀ ਹੈ, ਪਰ ਜਦੋਂ ਉਹਨੇ ਆਪਣੇ ਆਪ ਨੂੰ ਦੋ ਹਿੱਸਿਆਂ ਵਿੱਚ ਕੀਤਾ, ਇੱਕ ਸੰਸਾਰ ਬਣ ਗਿਆ, ਇੱਕ ਨਿਰੰਕਾਰ ਹੋ ਗਿਆ। ਇੱਕ ਪ੍ਰਗਟ ਰੂਪ ਵਿੱਚ ਹੈ, ਇੱਕ ਗੁਪਤ ਰੂਪ ਵਿੱਚ ਹੈ, ਇੱਕ ਦ੍ਰਿਸ਼ਟਮਾਨ ਰੂਪ ਵਿੱਚ ਹੈ, ਇੱਕ ਅਦ੍ਰਿਸ਼ਟਮਾਨ ਵਿੱਚ, ਪਰ ਹੈ ਉਹ ਇੱਕੋ ਹੀ ਹੈ। ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਉਹ ਇੱਕ ਤੋਂ ਅਨੇਕ ਹੈ, ਅਨੇਕ ਤੋਂ ਫਿਰ ਇੱਕ ਹੀ ਹੈ। ਇੱਕ ਤੋਂ ਅਨੇਕ ਰੂਪ ਬਣ ਗਏ, ਤੇ ਜਦੋਂ ਅਨੇਕ ਨੂੰ ਸਮੇਟ ਲਿਆ ਫਿਰ ਉਹ ਇੱਕ ਬਣ ਗਿਆ। ਕੁਦਰਤ ਕਾਦਰ ਵਿੱਚੋਂ ਨਿਕਲੀ ਹੈ, ਕਿਸੇ ਬੰਦੇ ਨੇ ਨਹੀਂ ਬਣਾਈ। ਇਸ ਲਈ ਕਾਦਰ ਹੀ ਕੁਦਰਤ ਤੇ ਕੁਦਰਤ ਹੀ ਕਾਦਰ, ਇਹਨੂੰ ਗੁਰਬਾਣੀ ਰਾਹੀਂ ਸਮਝਣਾ ਹੈ। ਹੇ ਮਾਲਕ ਜੀ, ਆ ਜਿੰਨੇ ਵੀ ਇਸ ਕੁਦਰਤ ਵਿੱਚ, ਇਸ ਰੁੱਖ ਵਿੱਚ ਫੁੱਲ ਨੇ, ਇਹ ਸਾਰੇ ਦੇ ਸਾਰੇ ਹੀ ਤੁਹਾਡੇ ਨੇ। ਤੁਸੀਂ ਸੂਖਸ਼ਮ ਰੂਪ ਵਿੱਚ ਹੋ ਔਰ ਤੁਸੀਂ ਅਸਥੂਲ ਰੂਪ ਦੇ ਵਿੱਚ ਵੀ ਹੋ, ਤੁਸੀਂ ਪ੍ਰਗਟ ਰੂਪ ਵਿੱਚ ਵੀ ਹੋ ਔਰ ਤੁਸੀਂ ਅਦ੍ਰਿਸ਼ਟ, ਸਾਡੀ ਨਜ਼ਰ ਤੋਂ ਪਰੇ ਵੀ ਤੁਸੀਂ ਹੋ, ਜਿਹਨੂੰ ਅਸੀਂ ਵੇਖ ਨਹੀਂ ਪਾ ਰਹੇ ਹਾਂ। ਤਾਂ ਹੀ ਤੇ ਅਸੀਂ ਗੁਰੂ ਸਾਹਿਬ ਦੇ ਗਿਆਨ ਦੀਆਂ ਅੱਖਾਂ ਲੈਣੀਆਂ ਨੇ। ਗੁਰੂ ਸਾਹਿਬ ਦੇ ਗਿਆਨ ਦੀ ਅੱਖ ਨਾਲ ਜਦੋਂ ਵੇਖਾਂਗੇ, ਇਤੈ ਉਤੈ ਘਟ 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 ਘਟ, ਤੂੰ ਹੀ ਮੋਹੇ ਨਾ, ਮੈਂ ਜਿੱਧਰ ਵੇਖਾਂ ਤੂੰ ਹੀ ਤੂੰ, ਤੂੰ ਹੀ ਤੂੰ, ਮੈਨੂੰ ਤੇਰੇ ਤੋਂ ਬਿਨਾ ਹੋਰ ਕੋਈ ਦਿਸਦਾ ਹੀ ਨਹੀਂ। ਸਾਹਿਬ ਜੀ ਕਹਿੰਦੇ ਨੇ, ਹੇ ਮਾਲਕ ਜੀਓ, ਤੂੰ ਦ੍ਰਿਸ਼ਟਮਾਨ ਵੀ ਹੈ ਤੇ ਸੂਖਸ਼ਮ ਦਾ ਅਰਥ ਅਦ੍ਰਿਸ਼ਟਮਾਨ ਵੀ ਹੈ। ਤੂੰ ਜਲ ਨਿਧ, ਜਲ ਪਾਣੀ, ਨਿਧ ਖਜ਼ਾਨਾ, ਜਿਹਨੂੰ ਆਪਾਂ ਸਮੁੰਦਰ ਕਹਿੰਦੇ ਆ। ਤੂੰ ਇੱਕ ਬਹੁਤ ਵੱਡਾ ਸਮੁੰਦਰ ਹੈ। ਤੂੰ ਫੇਨ ਬੁੱਧ ਬੁਧਾ, ਇੱਥੇ ਫੇਨ ਦਾ ਅਰਥ ਹੈ ਝੱਗ, ਜਿਹੜੀ ਪਾਣੀ ਉੱਤੇ ਝੱਗ ਬਣਦੀ ਹੈ, ਉਹ ਵੀ ਤੂੰ ਆਪ ਹੀ ਹੈ। ਔਰ ਬੁੱਧ ਬੁਧਾ, ਬੁਲਬੁਲਾ, ਜਿਹੜੇ ਪਾਣੀ ਉੱਤੇ ਬੁਲਬੁਲੇ ਬਣਦੇ ਆ। ਚਲੋ ਇੱਥੇ ਵੀ ਆਪਾਂ ਇੱਕ ਇੱਕ ਪੰਕਤੀ ਸਾਨੂੰ ਮਹਿਸੂਸ ਕਰਾਏਗੀ ਕਿ ਕਾਦਰ ਹੈ। ਜੇ ਕਾਦਰ ਨਹੀਂ ਤਾਂ ਕੁਛ ਵੀ ਨਹੀਂ। ਹੁਣ ਧਿਆਨ ਰੱਖੋ, ਜੇ ਪਾਣੀ ਹੈ ਤੇ ਤਾਂ ਹੀ ਪਾਣੀ ਉੱਤੇ ਝੱਗ ਹੈ, ਜੇ ਪਾਣੀ ਹੈ ਤੇ ਤਾਂ ਹੀ ਪਾਣੀ ਦੇ ਉੱਤੇ ਬੁਲਬੁਲੇ ਨੇ। ਕਦੀ ਹਵਾ 'ਚ ਤਾਂ ਬੁਲਬੁਲੇ ਨਹੀਂ ਬਣਦੇ, ਕਦੇ ਹਵਾ ਦੇ ਵਿੱਚ ਤਾਂ ਇਹ ਝੱਗ ਨਹੀਂ ਪਾਣੀ ਉੱਤੇ ਬਣਦੀ। ਪਾਣੀ ਹੈ ਤਾਂ ਪਾਣੀ ਦੇ ਕਰਕੇ ਹੀ ਉਹ ਝੱਗ ਹੈ। ਜੇ ਪਾਣੀ ਹੈ ਤਾਂ ਪਾਣੀ ਦੇ ਕਰਕੇ ਹੀ ਬੁਲਬੁਲਾ ਬਣਿਆ। ਜੇ ਪਾਣੀ ਹੈ ਤੇ ਪਾਣੀ ਦੀਆਂ ਤਰੰਗਾਂ, ਲਹਿਰਾਂ ਉੱਠਦੀਆਂ ਨੇ,
ਪਰ ਜੇ ਪਾਣੀ ਨਹੀਂ ਤੇ ਲਹਿਰਾਂ ਕਿੱਥੋਂ ਉੱਠਣਗੀਆਂ। ਇਸ ਵਾਸਤੇ ਸਭਨਾ ਦਾ ਮਾਈ ਬਾਪ ਇੱਕ ਹੈ, ਜਿਹਨੇ ਸਾਡੀ ਦੁਨੀਆ ਦੀ ਰਚਨਾ ਵਾਸਤੇ ਸਾਨੂੰ ਮਾਂ ਬਾਪ ਦਿੱਤੇ ਆ, ਪਰ ਸਭਨਾ ਦਾ ਮਾਈ ਬਾਪ ਇੱਕ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਰਿਹਾ ਹੈ। ਸ੍ਰਿਸ਼ਟੀ ਦੇ ਜੀਆਂ ਨੂੰ ਚਾਰ ਖਾਣੀਆਂ ਦੇ ਰੂਪ ਵਿੱਚ ਪੈਦਾ ਕਰ ਰਿਹਾ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਤੂੰ ਹੇ ਮਾਲਕ ਜੀ, ਤੂੰ ਪਾਣੀ ਦਾ ਸਮੁੰਦਰ ਹੈ ਔਰ ਤੂੰ ਉਹ ਪਾਣੀ ਉੱਤੇ ਬਣਨ ਵਾਲੀ ਝੱਗ ਹੈ। ਬੁੱਧ ਬੁੱਧਾ ਉਹ ਤੂੰ ਬੁਲਬੁਲਾ ਵੀ ਤੂੰ ਆਪ ਹੈ। ਤੁਧ ਬਿਨ ਅਵਰ ਨਾ ਭਾਲੀਐ ਜੀਓ, ਤੇਰੇ ਤੋਂ ਬਿਨਾ ਅਸੀਂ ਕਿਸੇ ਹੋਰ ਦੀ ਭਾਲ ਕਿਵੇਂ ਕਰ ਸਕਦੇ ਹਾਂ? ਤੇਰੇ ਤੋਂ ਬਿਨਾ ਅਸੀਂ ਕਿਸੇ ਹੋਰ ਨੂੰ ਕਿਵੇਂ ਲੱਭ ਸਕਦੇ ਹਾਂ? ਕਿਉਂਕਿ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਦੂਜਾ ਹੈ ਹੀ ਕੋਈ ਨਹੀਂ। ਫਿਰ ਅਸੀਂ ਭਾਲ ਦੂਜੇ ਦੀ ਕਿਵੇਂ ਕਰੀਏ? ਭਾਲ ਤਾਂ ਉਹਦੀ ਹੁੰਦੀ ਹੈ ਨਾ ਜੇ ਕੋਈ ਦੂਜਾ ਹੋਵੇ। ਇੱਕ ਹੀ ਹੈ ਅਕਾਲ ਪੁਰਖ ਪਰਮੇਸ਼ਵਰ। ਇਸੇ ਲਈ ਉਹਦੇ ਅੱਗੇ ਮਹਾਰਾਜ ਨੇ ਇੱਕ ਲਾ ਕੇ ਆਖਿਆ ਸੀ, ਇੱਕ ਓੰਕਾਰ। ਔਰ ਜਿਹੜੀ ਇੱਕ ਓੰਕਾਰ ਦੀ ਬਣਤਰ ਹੈ ਨਾ, ਉਹਦੇ ਉੱਪਰ ਜਿਹੜੀ ਕਾਰ ਹੈ ਉਹਦਾ ਮੂੰਹ ਖੁੱਲਾ ਰੱਖਿਆ ਹੈ ਕਿ ਪੂਰੇ ਦਾ ਪੂਰਾ ਬ੍ਰਹਿਮੰਡ ਹੀ ਉਸ ਅਕਾਲ ਪੁਰਖ ਵਿੱਚ ਹੈ ਤੇ ਪੂਰੇ ਦੇ ਪੂਰੇ ਬ੍ਰਹਿਮੰਡ ਦੇ ਵਿੱਚ ਉਹ ਆਪ ਸਮਾਇਆ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਕੋਠੜੀ ਵੀ ਉਹਨੇ ਬਣਾਈ ਹੈ ਤੇ ਵਾਸ ਵੀ ਉਹਨੇ ਆਪ ਕੀਤਾ ਹੈ। ਅਸੀਂ ਆਪਣੇ ਆਪਣੇ ਰੱਬ ਵੱਖਰੇ ਬਣਾ ਲਏ। ਇਹੀ ਤੇ ਸਭ ਤੋਂ ਵੱਡਾ ਭੁਲੇਖਾ ਸੀ। ਈਰਖਾ ਕਿੱਥੋਂ ਜਨਮ ਲੈਂਦੀ ਹੈ, ਨਫ਼ਰਤ ਕਿੱਥੋਂ ਪੈਦਾ ਹੁੰਦੀ ਹੈ? ਅਸੀਂ ਆਪਣੇ ਆਪਣੇ ਰੱਬ ਬਣਾ ਕੇ ਬੈਠੇ ਹੋਏ ਹਾਂ, ਜਦ ਕਿ ਉਹਦੇ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ। ਜਿੱਥੇ ਤੱਕ ਸਾਡਾ ਜ਼ੋਰ ਚੱਲਿਆ ਅਸੀਂ ਚਲਾਇਆ ਹੈ, ਕੋਈ ਸ਼ੱਕ ਨਹੀਂ। ਆਪਣੇ ਆਪਣੇ ਮੁਲਕਾਂ ਦੇ ਰੱਬ ਵੱਖਰੇ ਬਣਾ ਲਏ, ਆਪਣੇ ਆਪਣੇ ਧਰਮਾਂ ਦੇ ਰੱਬ ਵੱਖਰੇ ਬਣਾ ਲਏ, ਇੱਥੋਂ ਤੱਕ ਕਿ ਸਾਡੇ ਆਪਣੇ ਆਪਣੀ ਬਰਾਦਰੀਆਂ ਦੇ ਰੱਬ ਵੀ ਵੱਖਰੇ ਨੇ। ਕਹਿਣ ਲੱਗੇ ਜੀ ਇਹ ਤਾਂ ਸਾਡੀ ਬਰਾਦਰੀ ਦਾ ਰੱਬ ਹੈ, ਉਹ ਕਹਿੰਦਾ ਇਹ ਸਾਡੀ ਅਸੀਂ ਬਰਾਦਰੀਆਂ 'ਚ ਵੀ ਵੰਡੇ ਗਏ, ਜਾਤਾਂ ਵਿੱਚ ਵੰਡੇ ਗਏ, ਪਰ ਜਿਹੜੀ ਸਾਡੀ ਅਸਲ ਜਾਤ ਸੀ ਉਹ ਅਸੀਂ ਲੁਕਾਈ ਲਈ, ਛੁਪਾਈ ਲਈ। ਸਾਡੀ ਅਸਲ ਜਾਤੀ ਹੈ ਮਨੁੱਖਾ ਜਾਤੀ, ਤੇ ਮਨੁੱਖਾ ਜਾਤੀ ਨੂੰ ਛੁਪਾ ਕੇ ਹੋਰ ਜਾਤੀਆਂ 'ਚ ਵੰਡੇ ਗਏ। ਫਿਰ ਅੰਦਰ ਨਫ਼ਰਤ ਹੀ ਪੈਦਾ ਹੋਣੀ ਹੈ, ਈਰਖਾ ਹੀ ਪੈਦਾ ਹੋਣੀ ਹੈ। ਇੱਕ ਦੂਜੇ ਨੂੰ ਵੇਖ ਕੇ ਉਹਦਾ ਰੱਬ ਵੱਡਾ ਹੈ ਤੇ ਮੇਰਾ ਛੋਟਾ ਹੈ, ਮੇਰਾ ਵੱਡਾ ਤੇ ਉਹਦਾ ਛੋਟਾ, ਰੱਬ ਵੀ ਵੱਡਾ ਛੋਟਾ ਕਰਤਾ। ਧਰਤੀ ਤੇ ਰਹਿੰਦੇ ਆ, ਧਰਤੀ ਤੇ ਜ਼ੋਰ ਚੱਲਦਾ ਹੈ। ਕਦੇ ਸੂਰਜ ਤੱਕ ਪਹੁੰਚ ਕੇ ਉਹਨੂੰ ਵੰਡ ਕੇ ਵੇਖੋ ਤੇ ਪਤਾ ਲੱਗੇ। ਸੂਰਜ ਤੱਕ ਪਹੁੰਚ ਹੀ ਨਹੀਂ ਸਕਦੇ ਆਪਣੀ ਮੱਤ, ਆਪਣੇ ਗਿਆਨ ਰਾਹੀਂ। ਜਿਸ ਦਿਨ ਪਹੁੰਚਾਂਗੇ ਪਤਾ ਲੱਗੇਗਾ ਉਹਨੂੰ ਵੰਡਿਆ ਹੀ ਨਹੀਂ ਜਾ ਸਕਦਾ। ਇਹ ਵੰਡੀਆਂ ਸਾਡੀਆਂ ਇਸ ਧਰਤੀ ਤੇ ਪੈ ਗਈਆਂ ਕਿਉਂਕਿ ਇਹ ਸਾਡਾ ਜ਼ੋਰ ਚੱਲ ਗਿਆ ਇੱਥੇ। ਤੇ ਗੁਰਬਾਣੀ ਵਿੱਚੋਂ ਅਸੀਂ ਇਹੀ ਸਮਝਣਾ ਸੀ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਅਸੀਂ ਧਰਤੀ ਉੱਤੇ ਰੱਬ ਦੇ ਨਾਮ ਤੇ ਹੀ ਲੜ ਰਹੇ ਹਾਂ ਔਰ ਕਿੰਨੇ ਝਗੜੇ ਹੋ ਰਹੇ ਆ। ਹੈਰਾਨੀ ਵਾਲੀ ਗੱਲ ਹੈ ਕਿ ਰੱਬ ਦੇ ਨਾਮ ਤੇ ਜਗ੍ਹਾ ਤੇ ਉਹਦੇ ਫੈਸਲੇ ਕੋਰਟ ਕਚਹਿਰੀਆਂ 'ਚ ਹੋਣਗੇ। ਰੱਬ ਦੇ ਨਾਮ ਦੇ ਫੈਸਲੇ ਵੀ ਸਾਡੇ ਤਾਂ ਚਲੋ ਹੁੰਦੇ ਹੀ ਹੁੰਦੇ ਆ। ਸਾਡੇ ਤਾਂ ਜਿਹੜੇ ਝਗੜੇ ਹੁੰਦੇ ਨੇ ਉਹਨਾਂ ਦੇ ਫੈਸਲੇ ਕੋਰਟ ਕਚਹਿਰੀਆਂ 'ਚ, ਅਸੀਂ ਰੱਬ ਦਾ ਨਾਮ ਵੀ ਉੱਥੇ ਲੈ ਗਏ। ਫੈਸਲਾ ਕਰੋ ਜੀ, ਇਹ ਸਾਡਾ ਰੱਬ ਹੈ ਕਿ ਇਹਨਾਂ ਦਾ ਰੱਬ ਹੈ? ਇਹ ਇਹਨਾਂ ਦਾ ਰੱਬ ਕਿ ਸਾਡਾ ਰੱਬ? ਫੈਸਲਾ ਜੱਜ, ਹੁਣ ਜੱਜ ਨੂੰ ਆਪ ਨਹੀਂ ਪਤਾ ਵੀ ਰੱਬ ਇੱਕ ਹੁੰਦਾ ਹੈ ਕਿ ਦੋ ਹੁੰਦੇ ਆ। ਉਹ ਫੈਸਲਾ ਕਿਵੇਂ ਕਰੇਗਾ? ਉਹ ਫੈਸਲਾ ਆ ਜੱਜ ਨੇ ਕੀਤਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੋਸਈਆਂ, ਕੋਈ ਅੱਲਾ ਹੈ। ਉਹਦੇ ਅਨੰਤ ਨਾਮ ਨੇ। ਰਾਮ ਕਹਿ ਲੋ, ਰਹੀਮ ਕਹਿ ਲੋ, ਉਹਨੂੰ ਅੱਲਾ ਕਹਿ ਲੋ, ਉਹਨੂੰ ਤੁਸੀਂ ਵਾਹਿਗੁਰੂ ਕਹਿ ਲੋ, ਅਨੰਤ ਨਾਮ ਨੇ, ਪਰ ਉਹ ਆਪ ਇੱਕ ਹੀ ਹੈ। ਸੂਰਜ ਨੂੰ ਅਸੀਂ ਕਿੰਨੀਆਂ ਭਾਸ਼ਾਵਾਂ ਵਿੱਚ ਵੱਖਰੇ ਵੱਖਰੇ ਨਾਮਾਂ ਨਾਲ ਜਾਣਦੇ ਹਾਂ। ਪੰਜਾਬੀ ਵਿੱਚ ਹੋਰ ਨਾਮ ਹੈ, ਹਿੰਦੀ ਵਿੱਚ ਹੋਰ ਨਾਮ ਹੈ, ਉਰਦੂ ਵਿੱਚ ਹੋਰ ਨਾਮ ਹੈ,
ਔਰ ਇੰਗਲਿਸ਼ ਵਿੱਚ ਅਸੀਂ ਸੂਰਜ ਨੂੰ ਹੋਰ ਨਾਮ ਨਾਲ, ਕਿ ਉਹ ਸੂਰਜ ਵੰਡਿਆ ਗਿਆ ਹੈ ਤੇ ਇੱਕੋ ਹੀ ਉਹ, ਪਰ ਅਸੀਂ ਸੂਰਜ ਦੇ ਕਈ ਨਾਮ ਜਿਹੜੇ ਨੇ ਉਹ ਕਈ, ਰੱਬ ਵੀ ਕਹਿੰਦੇ ਆ, ਸੂਰਜ ਵੀ ਕਹਿੰਦੇ ਆ, ਸੰਨ ਵੀ ਕਹਿੰਦੇ ਆ, ਉਹਨੂੰ ਕਈ ਨਾਮ ਨੇ ਉਹਦੇ। ਪਰ ਇਹਦਾ ਮਤਲਬ ਇਹ ਨਹੀਂ ਕਿ ਸੂਰਜ ਵੀ ਕਈ ਹੈ, ਉਹ ਇੱਕ ਹੀ ਹੈ। ਇੱਕ ਨਹੀਂ ਅਮਰੀਕਾ ਨੂੰ ਰੋਸ਼ਨ ਕਰਨਾ ਹੈ, ਇੱਕ ਨਹੀਂ ਭਾਰਤ ਨੂੰ ਰੋਸ਼ਨ ਕਰਨਾ ਹੈ, ਇੱਕ ਨਹੀਂ ਜਰਮਨ ਨੂੰ ਰੋਸ਼ਨ ਕਰਨਾ ਹੈ, ਇੱਕ ਨਹੀਂ ਪਾਕਿਸਤਾਨ ਨੂੰ ਰੋਸ਼ਨ ਕਰਨਾ ਹੈ। ਫਿਰ ਅਸੀਂ ਰੱਬ ਕਿੱਥੋਂ ਵੱਖਰੇ ਵੱਖਰੇ ਬਣਾ ਲਏ? ਅਕਲ ਤੇ ਆਪਣੇ ਆਪਾਂ ਹੱਥ ਫੇਰੀਏ, ਉਹ ਲੋਕਾਂ ਨੂੰ ਸਮਝਾਈਏ ਵੀ ਤੁਸੀਂ ਰੱਬ ਨੂੰ ਵੀ ਕੋਰਟ ਕਚਹਿਰੀ 'ਚ ਲੈ ਗਏ, ਫੈਸਲਾ ਵੀ ਉਸ ਬੰਦੇ ਦੇ ਹੱਥੋਂ ਕਰਾਉਣਾ ਵੀ ਜਿਹਨੂੰ ਆਪ ਨਹੀਂ ਪਤਾ ਵੀ ਰੱਬ ਕਿੰਨੇ ਹੁੰਦੇ ਆ, ਇੱਕ ਹੁੰਦਾ ਹੈ ਕਿ ਅਨੇਕ ਰੂਪ ਵਿੱਚ ਹੈ। ਜੇ ਸਾਨੂੰ ਸਮਝ ਆ ਜਾਏ, ਪਰ ਇੱਥੇ ਤੱਕ ਅਸੀਂ ਪਹੁੰਚ ਗਏ, ਗਿਰਾਵਟ ਹੀ ਹੈ ਨਾ ਸਾਡੀ ਮਨੁੱਖਤਾ ਦੀ, ਕਿ ਰੱਬ ਨੂੰ ਵੀ, ਰੱਬ ਦਾ ਫੈਸਲਾ ਕਰਨ ਲਈ ਵੀ ਸਾਨੂੰ ਕੋਰਟ ਜਾਣਾ ਪੈਣਾ ਵੀ ਇਹ ਰੱਬ ਜੀ ਤੁਸੀਂ ਇਹਨਾਂ ਦੇ ਹੋ ਕਿ ਸਾਡੇ ਹੋ, ਇਹ ਜਗ੍ਹਾ ਤੁਹਾਡੀ ਹੈ ਕਿ ਸਾਡੀ ਹੈ। ਹੈਰਾਨੀ ਹੋ ਗਈ, ਸਾਰੀ ਦੁਨੀਆ ਹੀ ਉਹਦੀ ਬਣਾਈ ਹੋਈ ਹੈ। ਅਸੀਂ ਨਫ਼ਰਤ ਦੇ ਵਿੱਚ ਇੰਨਾ ਝੁਲਸ ਚੁੱਕੇ ਹਾਂ ਕਿ ਅਸੀਂ ਬਸ ਵੰਡੀਆਂ ਤੋਂ ਸਿਵਾ ਸਾਡੇ ਕੋਲ ਹੈ ਹੀ ਕੁਛ ਨਹੀਂ। ਸਤਿਗੁਰੂ ਮਿਹਰ ਕਰਨ। ਇੱਥੇ ਮਹਾਰਾਜ ਜੀ ਕਹਿੰਦੇ ਨੇ, ਤੁਧ ਬਿਨ ਅਵਰ ਨਾ ਭਾਲੀਐ ਜੀਓ, ਤੇਰੇ ਤੋਂ ਬਿਨਾ ਕਿਹਦੀ ਭਾਲ ਕਰੀਏ, ਕਿਹਦੀ ਭਾਲ ਵਿੱਚ ਨਿਕਲੀਏ, ਕਿਉਂਕਿ ਤੂੰ ਆਪ ਹੀ ਪੇੜ ਰੁੱਖ ਹੈ, ਆਪ ਹੀ ਉਹਦੇ ਫੁੱਲ ਸ਼ਾਖਾਵਾਂ ਹੈ, ਤੂੰ ਆਪ ਹੀ ਸੂਖਸ਼ਮ ਰੂਪ ਵਿੱਚ ਹੈ ਔਰ ਆਪ ਹੀ ਪ੍ਰਗਟ ਰੂਪ ਵਿੱਚ। ਹੁਣ ਇੱਕ ਫਲ ਲੱਗਾ ਰੁੱਖ ਨੂੰ, ਉਹ ਡਾਲੀ ਨਾਲ ਹੀ ਜੁੜਿਆ, ਉਹ ਡਾਲੀ ਉਹਦੀ ਰੁੱਖ ਜੜ੍ਹਾਂ ਨਾਲ ਜੁੜੀ ਹੋਈ ਹੈ, ਪਰ ਉਹ ਫਲ ਜਿਹੜਾ ਦਿਸ ਰਿਹਾ ਨਾ, ਜਦੋਂ ਉਸ ਫਲ ਨੂੰ ਖੋਲੋਗੇ ਉਹਦੇ ਵਿੱਚੋਂ ਫਿਰ ਬੀਜ ਨਿਕਲੇਗਾ। ਉਹ ਬੀਜ ਸੂਖਸ਼ਮ ਸੀ, ਜਿਹੜਾ ਬਾਹਰੋਂ ਫਲ ਨੂੰ ਦੇਖ ਕੇ ਸਾਨੂੰ ਨਹੀਂ ਨਜ਼ਰ ਆਇਆ, ਸਾਨੂੰ ਫਲ ਦਿਸਦਾ ਸੀ, ਪਰ ਜਦੋਂ ਫਲ ਖੋਲਿਆ ਤੇ ਅੰਦਰ ਬੀਜ ਨਜ਼ਰ ਆਇਆ। ਉਸੇ ਬੀਜ ਤੋਂ ਫਿਰ ਅੱਗੇ ਕਈ ਫਲ ਲੱਗ ਗਏ। ਇਸ ਲਈ ਮਾਲਕ ਗੁਪਤ ਰੂਪ ਵਿੱਚ ਵੀ ਹੈ, ਪ੍ਰਗਟ ਰੂਪ ਵਿੱਚ ਵੀ ਹੈ। ਉਹ ਪਾਣੀ ਦੀ ਤਰ੍ਹਾਂ, ਉਹ ਪਾਣੀ ਵਾਂਗੂ ਝੱਗ ਵੀ ਹੈ ਤੇ ਬੁਲਬੁਲਾ ਵੀ ਉਹ ਆਪ ਹੈ, ਉਹਦੇ ਤੋਂ ਬਿਨਾ ਦੂਜਾ ਕੋਈ ਨਹੀਂ ਹੈ। ਤੂੰ ਸੂਤ ਮਣੀਏ ਪੀਤੂ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ। ਆਦ ਮਧ ਅੰਤ ਪ੍ਰਭ ਸੋਈ, ਅਵਰ ਨਾ ਕੋਏ ਦਿਖਾਲੀਐ ਜਿਉ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ। ਲੋਕ ਪਹਿਲਾਂ ਬਾਹਰੋਂ ਵੰਡੇ ਗਏ ਸੀ, ਫਿਰ ਜਿਹੜੀ ਮਾਲਾ ਹੱਥਾਂ ਨੇ ਬਣਾਈ ਨਾ ਮਣਕਿਆਂ ਦੀ, ਇਹਦੇ ਵਿੱਚ ਵੀ ਲੋਕ ਵੰਡੇ ਗਏ। ਇਹ ਫਲਾਣੇ ਦੀ ਮਾਲਾ, ਇਹ ਫਲਾਣੇ ਦੀ ਮਾਲਾ ਹੈ, ਇਸ ਮਾਲਾ ਨਾਲ ਫਲਾਣੇ ਦਾ ਜਾਪ ਕਰਨਾ ਹੈ, ਇਸ ਮਾਲਾ ਨਾਲ ਫਲਾਣੇ ਦਾ ਜਾਪ ਕਰਨਾ ਹੈ। ਭਾਵੇਂ ਉਹ ਮਣਕੇ ਸੋਨੇ ਦੇ ਹੋਣ, ਭਾਵੇਂ ਉਹ ਮਣਕੇ ਮੋਤੀਆਂ ਦੇ ਹੋਣ, ਭਾਵੇਂ ਉਹ ਮਣਕੇ ਚੰਦਨ ਦੀ ਲੱਕੜ ਦੇ ਹੋਣ, ਪਰ ਨਾਮ ਤਾਂ ਇੱਕੋ ਹੀ ਦਿਓਗੇ, ਮਾਲਾ। ਇਹ ਤੇ ਨਹੀਂ ਵੀ ਚੰਦਨ ਦੇ ਮਣਕੇ ਜਿਹੜੇ ਆ ਉਹਦਾ ਨਾਮ ਹੋਰ ਹੈ, ਤੇ ਜਿਹੜੇ ਅਸੀਂ ਮੋਤੀਆਂ ਦੇ ਬਣਾਏ ਉਹਦਾ ਨਾਮ ਹੋਰ ਹੈ। ਨਾਮ ਤੇ ਇੱਕੋ ਹੀ ਹੈ। ਮਹਾਰਾਜ ਜੀ ਕਹਿੰਦੇ ਇਹ ਮਾਲਾ ਵੀ ਤੂੰ ਆਪ ਸੀ, ਪਰ ਸਾਨੂੰ ਤੇਰੀ ਵਾਲੀ ਮਾਲਾ ਨਾਲੋਂ ਤੋੜ ਕੇ ਹੱਥ ਵਾਲੀ ਮਾਲਾ 'ਚ ਪਕੜ ਨਾਲ ਉਲਝਾ ਦਿੱਤਾ ਗਿਆ। ਔਰ ਹੈਰਾਨੀ ਵਾਲੀ ਗੱਲ, ਸਾਨੂੰ ਗੁਰੂ ਨਾਨਕ ਸਾਹਿਬ ਵੀ ਮਾਲਾ ਵਾਲੇ ਹੀ ਬਣਾ ਕੇ ਦਿਖਾ ਦਿੱਤੇ ਗਏ। ਵੀ ਗੁਰੂ ਸਾਹਿਬ ਮਹਾਰਾਜ ਜੀ ਦੇ ਸੀਸ ਤੇ ਵੀ, ਗਲ ਤੇ ਵੀ, ਹੱਥ ਤੇ ਵੀ, ਪਰ ਗੁਰਬਾਣੀ ਤਾਂ ਕਹਿੰਦੀ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਪਰ ਅਸੀਂ ਤਾਂ ਹੋਰ ਪਾਸੇ ਉਲਝ ਕੇ ਰਹਿ ਗਏ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਕਹਿੰਦੇ ਆ, ਤੂੰ ਸੂਤ, ਸੂਤ ਮੈਨੇ ਉਹ ਧਾਗਾ, ਮਣੀਏ ਵੀ ਤੂੰ ਹੈ, ਉਸ ਧਾਗੇ ਵਿੱਚ ਜਿਹੜੇ ਮਣਕੇ ਪਰੋਏ ਹੋਏ ਆ ਉਹ ਵੀ ਤੂੰ ਆਪ ਹੀ ਹੈ। ਤੂੰ ਗੰਠੀ, ਜਦੋਂ ਮਣਕੇ ਪਰੋ ਕੇ ਦੋ ਸਿਰਿਆਂ ਨੂੰ ਜੋੜ ਕੇ ਗੰਢ ਲਾ ਦਿੱਤੀ, ਉਹ ਗੰਢ ਵੀ ਤੂੰ ਆਪ ਹੈ, ਗੰਠੀ ਵੀ ਤੂੰ ਆਪ ਹੈ। ਮੇਰ ਸਿਰ ਤੂੰ ਹੈ, ਮੇਰ ਮੈਨੇ ਮੇਰੂ ਮਣਕਾ, ਜਿਹੜੇ ਮਣਕੇ ਹੁੰਦੇ ਆ ਉਹਨਾਂ ਤੋਂ ਉੱਪਰ ਜਿੱਥੇ ਗੰਢ ਲਾਈ ਜਾਂਦੀ ਹੈ ਉਹਦੇ ਉੱਪਰ ਵੀ ਇੱਕ ਮੋਤੀ ਲਾਇਆ ਜਾਂਦਾ ਹੈ ਮਣਕਾ, ਜਿਹਨੂੰ ਮੇਰੂ ਮਣਕਾ ਕਹਿੰਦੇ ਆ।
हे मालिक जी ਜਿਹੜੀ ਮਾਲਾ मैं ਵੇਖ ਪਾ ਰਿਹਾ ਨਾ ਉਸ ਮਾਲਾ ਦੇ ਵਿੱਚ ਤੇਰੇ ਹੁਕਮ ਦਾ ਹੀ ਧਾਗਾ ਹੈ, ਤੇਰੇ ਹੁਕਮ ਦਾ ਹੀ ਸੂਤ ਹੈ ਤੇ ਇਹ ਸਾਰੇ ਤੇਰੇ ਹੁਕਮ ਦੇ ਵਿੱਚ ਪਰੋਏ ਹੋਏ ਮਣਕੇ ਨੇ। ਔਰ ਇਹ ਸਾਰੇ ਮਣਕੇ ਕਦੋਂ ਚੱਲਦੇ ਆ? ਜਦੋਂ ਮੇਰੂ ਮਣਕਾ ਹੱਥ ਵਿੱਚ ਆਉਂਦਾ ਹੈ। ਇਹ ਜਿੰਨਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਇਹ ਹੁਕਮ ਉਹਦਾ ਸੂਤ ਹੈ। ਇਸ ਸੂਤ ਵਿੱਚ ਆਪਾਂ ਸਾਰੇ ਮਣਕੇ ਪਰੋਏ ਹੋਏ ਆ, ਪਰ ਇਹ ਮਣਕੇ ਤਾਂ ਚੱਲਣਗੇ ਜੇ ਮੇਰੂ ਮਣਕਾ ਹੱਥ ਵਿੱਚ ਹੋਏਗਾ। ਸ਼ੁਰੂ ਮੇਰੂ ਮਣਕੇ ਤੋਂ ਹੀ ਕਰਦੇ ਆ ਨਾ। ਚਲੋ ਬਾਹਰ ਦੀ ਮਾਲਾ ਜਿਹੜੇ ਹੱਥ ਵਿੱਚ ਲੈ ਕੇ ਫੇਰਦੇ ਆ ਉਹ ਸ਼ੁਰੂ ਤਾਂ ਮੇਰੂ ਤੋਂ ਹੀ ਕਰਦੇ ਆ, ਅੱਧ ਵਿਚਕਾਰੋਂ ਤਾਂ ਨਹੀਂ ਕਰ ਲੈਂਦੇ। ਉਹ ਮੇਰੂ ਮਣਕੇ ਤੋਂ ਸ਼ੁਰੂਆਤ ਕਰਕੇ ਫਿਰ ਮੇਰੂ ਤੋਂ ਆਉਂਦੇ ਆ। ਮਾਲਕ ਜੀ ਜਨਮ ਵੀ ਤੇਰੇ ਹੱਥ ਵਿੱਚ ਹੈ ਤੇ ਮੌਤ ਵੀ ਤੇਰੇ ਹੱਥ 'ਚ ਹੈ, ਜ਼ਿੰਦਗੀ ਵੀ ਤੇਰੇ ਹੱਥ ਵਿੱਚ ਹੈ, ਆਉਣਾ ਵੀ ਤੇਰੇ ਹੱਥ ਵਿੱਚ, ਜਾਣਾ ਵੀ ਤੇਰੇ ਹੱਥ ਵਿੱਚ ਹੈ। ਤੇਰੇ ਤੋਂ ਬਿਨਾਂ ਅਸੀਂ ਮਣਕੇ ਕਾਹਦੇ ਹਾਂ? ਅਸੀਂ ਤੇਰੇ ਤੋਂ ਬਿਨਾਂ ਕੁਛ ਵੀ ਨਹੀਂ ਆ। ਤੂੰ ਸਾਡਾ ਸਭਨਾਂ ਦਾ ਮੇਰੂ ਮਣਕਾ ਹੈ। ਤੇਰੇ ਤੋਂ ਬਿਨਾਂ ਸਾਡੀ ਕੋਈ ਪਾਇਆ ਨਹੀਂ, ਕਾਇਆ ਨਹੀਂ, ਕੋਈ ਹੋਂਦ, ਕੋਈ ਹਸਤੀ ਨਹੀਂ ਹੈ। ਇਸ ਲਈ ਤੂੰ ਸੂਤ ਮਣੀਏ ਵੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ। ਤੇ ਉਸ ਗੰਢ ਉੱਤੇ ਜਿਹੜਾ ਮੇਰੂ ਮਣਕਾ ਉਹ ਸਾਰਿਆਂ ਦੇ ਸਿਰ ਉੱਤੇ ਤੂੰ ਆਪ ਹੈ। ਆਦ ਮਦ ਅੰਤ ਪ੍ਰਭ ਸੋਈ। ਇੱਥੇ ਥੋੜਾ ਧਿਆਨ ਦਿਓ। ਹੁਣ ਜਦੋਂ ਗੱਲ ਆਦ ਮਦ ਅੰਤ ਦੀ ਆਏਗੀ ਤੇ ਇਹ ਆਦ ਮਦ ਅੰਤ ਮਾਲਕ ਨਾਲ ਨਹੀਂ ਜੁੜਦਾ, ਇਹ ਪਰਮੇਸ਼ਵਰ ਨਾਲ ਨਹੀਂ ਜੁੜਦਾ, ਇਹ ਕਾਦਰ ਨਾਲ ਨਹੀਂ, ਇਹ ਕੁਦਰਤ ਨਾਲ ਜੁੜਦਾ ਹੈ। ਇਹ ਕੁਦਰਤ ਨਾਲ ਜੁੜੇਗਾ, ਸਾਡੇ ਤੁਹਾਡੇ ਨਾਲ ਜੁੜੇਗਾ। ਪਰ ਅਸੀਂ ਤਾਂ ਉਹ 705 ਵਾਲੀ ਪੰਕਤੀ ਨੂੰ ਲੈ ਕੇ ਉੱਥੇ ਹੀ ਅਟਕ ਗਏ ਜਾ ਕੇ। ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਗੱਲ ਤਾਂ ਪਰਮੇਸ਼ਰ ਦੀ ਹੋ ਰਹੀ ਹੈ ਪਰ ਗੱਲ ਕੁਦਰਤ ਦੀ ਕਰ ਰਹੇ ਆ। ਕੁਦਰਤ ਦੇ ਆਦ ਵਿੱਚ ਵੀ ਤੂੰ ਹੈ, ਮੱਧ ਵਿੱਚ ਵੀ, ਮੱਧ ਮਨਿਆ ਸਮਾਂ, ਤੇ ਜਦੋਂ ਸਾਡੀ ਜ਼ਿੰਦਗੀ ਦਾ ਅੰਤ ਆਉਣ ਵਾਲਾ ਸਮਾਂ ਉਦੋਂ ਵੀ ਤੂੰ ਹੀ ਹੈ। ਹੁਣ ਇੱਥੇ ਧਿਆਨ ਦਿਓ ਆਪ ਜੀ ਗੁਰਬਾਣੀ ਪੜ੍ਹਨ ਵਾਲਿਓ। ਆਦ ਦੇ ਦੱਦੇ ਨੂੰ ਸਿਹਾਰੀ, ਮੱਧ ਦੇ ਧੱਦੇ ਨੂੰ ਸਿਹਾਰੀ, ਅੰਤ ਦੇ ਤੱਤੇ ਨੂੰ ਸਿਹਾਰੀ। ਇਹਦਾ ਮਤਲਬ ਦੁਨੀਆ ਦੇ ਆਦ ਵਿੱਚ ਵੀ ਤੂੰ ਸੀ। ਜਦੋਂ ਦੁਨੀਆ ਨਹੀਂ ਸੀ ਬਣੀ ਉਦੋਂ ਵੀ ਤੂੰ ਸੀ। ਮੱਧ ਜਦੋਂ ਦੁਨੀਆ ਬਣ ਗਈ ਉਦੋਂ ਵੀ ਤੂੰ ਹੈ, ਤੇ ਜਿਸ ਦਿਨ ਦੁਨੀਆ ਦਾ ਅੰਤ ਹੋ ਜਾਏਗਾ ਉਦੋਂ ਵੀ ਤੂੰ ਹੀ ਹੋਏਗਾ। ਇਹ ਆਦ ਮੱਧ ਅੰਤ ਸਾਡੇ ਤੁਹਾਡੇ ਲਈ ਹੈ, ਇਹ ਪਰਮੇਸ਼ਵਰ ਵਾਸਤੇ ਨਹੀਂ। ਜਾਂ ਸਿੱਧੇ ਲਫ਼ਜ਼ਾਂ ਵਿੱਚ ਇਹ ਕਹਿ ਦੇਵਾਂ, ਆਦ ਮੱਧ ਅੰਤ ਗੁਰੂ ਗ੍ਰੰਥ ਸਾਹਿਬ ਜੀ ਲਈ ਨਹੀਂ ਹੈ। ਇਹ ਗੁਰੂ ਗ੍ਰੰਥ ਸਾਹਿਬ ਤੇ ਲਾਗੂ ਨਹੀਂ ਹੁੰਦੇ ਤਿੰਨ ਅੱਖਰ, ਇਹ ਸਾਡੇ ਤੇ ਲਾਗੂ ਹੁੰਦੇ ਆ। ਸਾਡਾ ਆਦ ਹੈ, ਸਾਡਾ ਮੱਧ ਹੈ, ਸਾਡਾ ਅੰਤ ਵੀ ਹੈ, ਸਾਡਾ ਬਚਪਨ ਵੀ ਹੈ, ਜੋਬਨ ਵੀ ਹੈ, ਸਾਡਾ ਬੜੇਪਾ ਵੀ ਹੈ। ਪਰ ਸਾਡੇ ਜਦੋਂ ਸਾਡਾ ਜਨਮ ਹੋਇਆ ਉਦੋਂ ਵੀ ਉਹੀ ਸੀ। ਅੱਜ ਜੋਬਨ ਵਿੱਚ ਆ, ਅੱਜ ਵੀ ਉਹੀ ਹੈ। ਕੱਲ ਨੂੰ ਬੜੇਪੇ ਦੇ ਸਿਖਰ ਤੇ ਪਹੁੰਚ ਜਾਾਂਗੇ ਤਾਂ ਵੀ ਉਹੀ ਹੋਣਾ। ਉਹ ਨਹੀਂ ਬਦਲਣਾ ਵੀ ਬਚਪਨ 'ਚ ਹੋਰ ਸੀ, ਜੋਬਨ 'ਚ ਹੋਰ ਸੀ ਤੇ ਬੜੇਪੇ 'ਚ ਹੋਰ ਹੋਏਗਾ, ਨਹੀਂ। ਇਸ ਲਈ ਮਾਲਕ ਜੀਓ ਆਦ ਮਦ ਅੰਤ ਪ੍ਰਭ ਸੋਈ, ਅਵਰ ਨ ਕੋਏ ਦਿਖਾਲੀਐ ਜੀਓ। ਮੈਂ ਕੋਈ ਹੋਰ ਨਾ ਦੇਖਣਾ ਚਾਹੁੰਦਾ ਤੇ ਨਾ ਮੈਨੂੰ ਕੋਈ ਹੋਰ ਦਿਖਾਇਓ, ਕਿਉਂਕਿ ਮੈਨੂੰ ਪਤਾ ਹੈ ਕਿ ਤੁਧ ਬਿਨ ਦੂਜਾ ਨਹੀਂ ਕੋਏ। ਤੇਰੇ ਤੋਂ ਬਿਨਾ ਦੂਜਾ ਹੋਰ ਹੈ ਹੀ ਕੋਈ ਨਹੀਂ। ਤੂੰ ਨਿਰਗੁਣ ਸਰਗੁਣ ਸੁਖ ਦਾਤਾ, ਤੂੰ ਨਿਰਬਾਣ ਰਸੀਆ ਰੰਗ ਰਾਤਾ। ਆਪਣੇ ਕਰਤਬ ਆਪੇ ਜਾਣਹਿ, ਆਪੇ ਤੁਧ ਸੰਭਾਲੀਐ ਜਿਉ। ਇਹ ਗੱਲ ਉਦੋਂ ਸਮਝ ਆਉਣੀ ਹੈ ਜਦੋਂ ਸਾਡੇ ਅੰਦਰੋਂ ਹਉਮੈ ਹੰਕਾਰ ਨਿਕਲਣਾ। ਹੰਕਾਰੀ ਬੰਦੇ ਨੂੰ ਇਹ ਗੱਲ ਨਹੀਂ ਸਮਝ ਆਏਗੀ। ਇਹ ਗੱਲ ਸਮਝ ਆਏਗੀ ਜਿਹੜਾ ਹੰਕਾਰ ਤੋਂ ਰਹਿਤ ਹੋ ਗਿਆ। ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇਂ ਰਹਾ ਨਾ ਹੂੰ, ਜਬ ਆਪਾ ਫਿਰ ਕਾ ਮਿਟ ਗਿਆ ਜਤ ਦੇਖੋ ਤਦ ਤੂੰ। ਜਦੋਂ ਆਪਣਾ ਆਪਾ ਮਿਟ ਗਿਆ ਉਦੋਂ ਇਹ ਖੇਡ ਸਮਝ ਆਉਣੀ ਹੈ। ਜਿੰਨਾ ਚਿਰ ਮਾਣ ਹੰਕਾਰ ਨਾਲ ਭਰੇ ਪਏ ਆ ਉਹਨਾਂ ਚਿਰ ਇਹ ਗੱਲ ਸਮਝ ਨਹੀਂ ਆਉਣੀ।
ਤੇ ਗੁਰਬਾਣੀ ਦਾ ਪਾਠ ਕਰਨ ਦਾ ਮਤਲਬ ਹੈ ਇੱਥੇ ਤੱਕ ਪਹੁੰਚਣਾ ਸਾਡਾ। ਤੇ ਇੱਥੇ ਆ ਕੇ ਫਿਰ ਮਿਠਾਸ ਹੀ ਮਿਠਾਸ ਹੈ, ਇੱਥੇ ਆ ਕੇ ਨਿਮਰਤਾ ਤੇ ਪਿਆਰ ਹੀ ਪਿਆਰ ਹੈ। ਇੱਥੇ ਕੋਈ ਈਰਖਾ ਨਫ਼ਰਤ ਕੁਝ ਵੀ ਨਹੀਂ ਰਹਿ ਜਾਣਾ। ਇੱਥੇ ਸਿਰਫ ਤੁਹਾਡੇ ਜੀਵਨ ਵਿੱਚ ਰਸ ਆਏਗਾ, ਕਿਉਂਕਿ ਪਤਾ ਲੱਗ ਗਿਆ ਵੀ ਰਸੀਆ ਤੇ ਉਹ ਆਪ ਹੈ। ਉਹ ਸਾਰੇ ਰਸ ਭੋਗਣ ਵਾਲਾ ਤੇ ਅੰਦਰ ਆਪ ਬੈਠਾ ਹੋਇਆ ਹੈ। ਉਹ ਜੋਗੀਆਂ ਵਿੱਚ ਸਭ ਤੋਂ ਵੱਡਾ ਜੋਗੀ ਵੀ ਉਹੀ ਹੈ, ਰਸੀਆਂ ਵਿੱਚ ਰਸ ਭੋਗਣ ਵਾਲਾ ਵੀ ਉਹੀ ਹੈ। ਅਸੀਂ ਇੱਕ ਰੋਜ਼ ਨਿਤਨੇਮ ਕਰਨਾ, ਰੋਜ਼ ਕਥਾ ਕੀਰਤਨ ਨਾਲ ਜੁੜਨਾ, ਰੋਜ਼ ਗੁਰੂ ਘਰ ਆਉਣਾ, ਇਹ ਸੋਚ ਕੇ ਕਿ ਇੱਕ ਦਿਨ ਮੈਂ ਇੱਥੇ ਆ ਜਾਵਾਂ। ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ। ਮਹਾਰਾਜ ਕੰਡਾ ਵੀ ਤੂੰ ਆਪ ਹੈ, ਉਹ ਤੋਲਣ ਵਾਲੇ ਛਾਬੇ ਵੀ ਤੂੰ ਆਪ ਹੈ, ਉਸ ਛਾਬਿਆਂ ਵਿੱਚ ਜਿਹੜਾ ਸੌਦਾ ਤੋਲਣਾ ਉਹ ਵੀ ਤੂੰ ਆਪ ਹੈ, ਤੇ ਜਿਹੜਾ ਤੋਲ ਕੇ ਦੇਣ ਵਾਲਾ ਉਹ ਵੀ ਤੂੰ ਆਪ ਹੈ, ਤੇ ਜਿਹੜਾ ਲੈ ਕੇ ਜਾਣ ਵਾਲਾ ਉਹ ਵੀ ਤੂੰ ਆਪ ਹੈ, ਉਹ ਵੀ ਤੂੰ ਆਪ ਹੈ। ਅਸੀਂ ਇੱਥੇ ਤੱਕ ਨਿਤਨੇਮ ਕਰਕੇ ਪਹੁੰਚਣਾ ਹੈ, ਪਰ ਉਹ ਨੇਮ ਨਹੀਂ, ਪ੍ਰੇਮ ਨਾਲ ਪਹੁੰਚਿਆ ਜਾਣਾ ਹੈ। ਬਾਰ-ਬਾਰ ਇਹ ਬੇਨਤੀ ਹੁੰਦੀ ਹੈ ਵੀ ਨੇਮ ਤੇ ਖਲੋਗੇ ਤਾਂ ਹੰਕਾਰੀ ਹੋ ਜਾਓਗੇ। ਅਸੀਂ ਨੇਮ ਤੋਂ ਪ੍ਰੇਮ ਤੱਕ ਪਹੁੰਚਾਂਗੇ। ਆ ਗੱਲਾਂ ਸਮਝ ਆਉਣੀਆਂ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆਂ। ਤੂੰ ਜੋਗੀ ਵਿੱਚ ਸਭ ਤੋਂ ਵੱਡਾ ਜੋਗੀ ਹੈ, ਭੋਗੀਆਂ ਵਿੱਚ ਸਭ ਤੋਂ ਵੱਡਾ ਤੂੰ ਭੋਗੀ ਹੈ। हे ਮਾਲਕ ਜੀ, ਆਪੇ ਰਸੀਆਂ ਆਪ ਰਸ, ਆਪੇ ਰਾਵਣਹਾਰ। ਤੂੰ ਰਸ ਵੀ ਆਪ ਹੈ, ਰਸੀਆਂ ਵੀ ਆਪ ਹੈ, ਉਸ ਰਸ ਨੂੰ ਮੰਨਣ ਵਾਲਾ ਵੀ ਤੂੰ ਆਪ ਹੈ। ਇਸ ਲਈ ਸਾਹਿਬ ਕਹਿੰਦੇ ਮਾਲਕ ਜੀ ਤੂੰ ਨਿਰਗੁਣ ਸਰਗੁਣ ਸੁਖ ਦਾਤਾ। ਇਹ ਨਿਰਗੁਣ ਤਿੰਨ ਗੁਣਾਂ ਤੋਂ ਨਿਰਲੇਪ ਔਰ ਸਰਗੁਣ ਤਿੰਨੇ ਗੁਣਾਂ ਨੂੰ ਬਣਾ ਕੇ ਇਹ ਸ੍ਰਿਸ਼ਟੀ ਬਣਾ ਕੇ ਤੇ ਸ੍ਰਿਸ਼ਟੀ ਵਿੱਚ ਸਮਾ ਜਾਣ ਵਾਲਾ ਵੀ ਤੂੰ ਆਪ ਹੈ। ਸੁਖ ਦਾਤਾ, ਸੁੱਖਾਂ ਦਾ ਦਾਤਾ ਵੀ ਤੂੰ ਆਪ ਹੈ। ਕਿੰਨਾ ਪਿਆਰ ਇੱਥੇ ਪੈ ਜਾਏਗਾ, ਕਿੰਨਾ ਪਿਆਰ ਮਾਲਕ ਨਾਲ ਪੈ ਜਾਏਗਾ ਕਿ ਅਸੀਂ ਤੂੰ ਤੱਕ ਵੀ ਆ ਸਕਦੇ ਹਾਂ। ਕਿਸੇ ਵੱਡੇ ਨੂੰ ਬਜ਼ੁਰਗ ਨੂੰ ਤੂੰ ਕਹਿ ਕੇ ਬੁਲਾਓਗੇ ਤੇ ਔਖੇ ਹੋ ਜਾਣਗੇ ਲੋਕ ਵੀ ਤੈਨੂੰ ਵੱਡੇ ਨਾਲ ਗੱਲ ਕਰਨ ਦੀ ਤਮੀਜ਼ ਨਹੀਂ। ਤੂੰ ਵੱਡੇ ਆਪਣੇ ਤੋਂ ਵੱਡੇ ਨੂੰ ਕਿਵੇਂ ਬੁਲਾ ਰਹੇ ਹੈ? ਤੂੰ ਕਰਕੇ, ਤੁਸੀਂ ਕਰਕੇ ਬੁਲਾਉਣਾ ਅਸੀਂ ਇਹੀ ਸਿਖਾਉਂਦੇ ਹਾਂ ਨਾ ਬੱਚਿਆਂ ਨੂੰ। ਪਰ ਰੱਬ ਜੀ ਨਾਲ ਕਿੰਨਾ ਗੂੜਾ ਪਿਆਰ ਪੈ ਗਿਆ। ਮਾਦੋ ਹਮ ਐਸੇ ਤੂੰ ਐਸਾ। ਅਸੀਂ ਤੂੰ ਤੱਕ ਵੀ ਉਤਰ ਆਏ, ਰੱਬ ਜੀ ਨਾਲ ਗੱਲਾਂ ਕਰਦੇ ਹਾਂ। ਇਹਦਾ ਮਤਲਬ ਇੱਥੇ ਗੂੜਾ ਰੰਗ ਚੜ ਗਿਆ, ਇੱਥੇ ਗੂੜਾ ਪਿਆਰ ਪੈ ਗਿਆ। ਇੰਨਾ ਗੂੜਾ ਪਿਆਰ ਪੈ ਗਿਆ ਬਸ ਉੱਥੇ ਆਪਾਂ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਤੇ ਆ ਗਏ ਅਸੀਂ। ਹੁਣ ਇੱਥੇ ਦੇਖੋ ਹਰ ਪੰਕਤੀ ਤੇ ਤੂੰ ਹੈ, ਹਰ ਪੰਕਤੀ ਤੇ ਗੁਰੂ ਸਾਹਿਬ ਜੀ ਕਹਿੰਦੇ ਤੂੰ ਨਿਰਗੁਣ ਸਰਗੁਣ ਸੁਖ ਦਾਤਾ, ਤੂੰ ਨਿਰਵਾਣ। ਨਿਰਵਾਣ ਮੈਨੇ ਵਾਸ਼ਨਾ ਤੋਂ ਰਹਿਤ, ਰਸੀਆਂ ਰੰਗ ਰਾਤਾ। ਤੂੰ ਆਪ ਹੀ ਰਸੀਆਂ ਹੈ, ਸਾਰੇ ਰਸ ਪਿਆਰ ਵਿੱਚ ਭੋਗਣ ਵਾਲਾ, ਇਹ ਦੁਨੀਆ ਦੇ ਰੰਗਾਂ ਵਿੱਚ ਰੰਗਣ ਵਾਲਾ ਤੂੰ ਆਪ ਹੈ। ਆਪਣੇ ਕਰਤੱਵ ਜਾਣ ਆਪੇ ਜਾਣ ਹੈ। ਇਹ ਜਿੰਨੇ ਵੀ ਕੌਤਕ ਹੋ ਰਹੇ ਨੇ, ਕਰਤੱਵ ਕੌਤਕ ਜਿੰਨੇ ਵੀ ਕੌਤਕ ਹੋ ਰਹੇ ਨੇ, ਇਹਨਾਂ ਸਾਰਿਆਂ ਦੇ ਬਾਰੇ ਤੂੰ ਆਪ ਹੀ ਜਾਣਦਾ ਹੈ। ਆਪੇ ਤੁਧ ਸੰਭਾਲੀਐ ਜੀਓ। ਔਰ ਸਾਰਿਆਂ ਦੀ ਸੰਭਾਲ ਕਰਨ ਵਾਲਾ ਵੀ ਤੂੰ ਹੈ ਰੱਬ ਜੀ। ਸਾਰਿਆਂ ਦੀ ਸੰਭਾਲ ਕਰਨ ਵਾਲੇ ਵੀ ਤੁਸੀਂ ਆਪ ਹੀ ਹੋ। ਤੂੰ ਠਾਕੁਰ ਸੇਵਕ ਫੁਨ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ। ਨਾਨਕ ਦਾਸ ਸਦਾ ਗੁਣ ਗਾਵੇ, ਇਕ ਭੂਰੀ ਨਦਰ ਨਿਹਾਲੀਐ ਜਿਉ। ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਵਾਲਾ ਨੁਕਤਾ ਸਾਨੂੰ ਸਮਝ ਆ ਜਾਏਗਾ, ਅਸੀਂ ਇਸ ਸ਼ਬਦ ਤੱਕ ਪਹੁੰਚ ਕੇ ਮਨ ਚੋਂ ਭਰਮ ਮਿਟਾ ਦਾਂਗੇ ਕਿ ਕੋਈ ਵੱਡਾ ਹੈ, ਕੋਈ ਛੋਟਾ ਹੈ, ਕੋਈ ਉੱਚ ਜਾਤੀ ਦਾ ਹੈ, ਕੋਈ ਨੀਵੀਂ ਜਾਤੀ ਦਾ ਹੈ, ਕੋਈ ਅਮੀਰ ਹੈ, ਕੋਈ ਗਰੀਬ। ਇਹ ਸਾਰੇ ਭਰਮ ਅੰਦਰੋਂ ਮਿਟ ਜਾਣਗੇ। ਉਹ ਨੁਕਤਾ ਕਿਹੜਾ ਸੀ? ਜਦੋਂ ਸਾਲਸ ਰਾਏ ਜੋਰੀ ਨੇ ਆਖਿਆ ਵੀ ਗੁਰੂ ਨਾਨਕ ਸਾਹਿਬ ਮੇਰੇ ਤੇ ਆਪਣੀ ਕਿਰਪਾ ਕਰ ਦਿਓ। ਮਹਾਰਾਜ ਕਹਿੰਦੇ ਕਿਰਪਾ ਕਿਵੇਂ ਕਰ ਦਈਏ? ਪਹਿਲਾਂ ਤੂੰ ਇੱਕ ਕੰਮ ਕਰ,
आ तेरे नाल जिहड़ा खलोता ये कौन है? कहने लगा जी मेरी दुकान ते काम करदा ये मेरा कामा है जिहड़ा काम करदा है, मेरा नौकर है। महाराज कहंदे फिर इदां कर, इहदे पैरी पै जा, इहदे पैरी पै, इनू मत्था टेक। ते महाराज कहंदे ने सालसराए जोरी तेरे मन च हजे ये है भी ये नौकर है ते मैं मालिक हाँ, जद कि सारी दुनिया का मालिक तो इको ही है, सारी दुनिया का स्वामी तो इको ही है। तैनू ये भुलेखा है कि ये गरीब है ते मैं अमीर हाँ, तैनू भुलेखा है भी मैं इहदा मालिक हाँ ते ये मेरा नौकर है। बस आ जिहड़ा भुलेखा ना इन्हें तैनू रब नू मिलन नहीं देना, ये तैनू रब नाल मेल नहीं इदां होण देना। तैनू इत्थे तक पहुंचना है कि सब गोबिंद है, सब गोबिंद है। ते ओ गोबिंद गरीब विच नहीं, कि ओ दिहाड़ीदार दे उत्ते नहीं, कि ओ जिहड़े साडे घर काम करन आउंदे आ उहदे विच गोबिंद नहीं, सबना दे विच ओ बैठा होया है। पर जिदन महसूस कर लांगे उदन ये अमीरी गरीबी निकल जाएगी, ये ऊच नीचता निकल जाएगी। इसलिए महाराज कहंदे भाई अधरके दे पैरी पै। महाराज जी तुहाडे बचन मैं सिर मत्थे ते मनदा, ते जदों भाई अधरके अगे झुक गया ना सालसराए जोरी, ते महाराज कहंदे तू इन्ना निभ गया मालिक हो के, तू मालिक हो के एक अपने घर दे नौकर अगे झुक गया। सालसराए जोरी जिन्ना चिर दुनिया रहेगी तेरा नाम रहेगा। सालसराए जोरी जदों भी इस इलाके विच कोई आएगा ते तेरा नाम जरूर लएगा भी ये सालसराए जोरी दा घर है, जिथे गुरु नानक साहब ने एडी वड्डी किरपा वरताई ते गुरु गोबिंद सिंह महाराज जी जिथे आके प्रगट होंदे आ, क्योंकि उन्होंने निभण दी जाच आ गई सी। ते फल किथे लगने आ मिलाप वाला फल, मिठत नीवी नानका गुण चंगियाइयां तत् जदों साडे अंदर आएगा। साहब कहंदे तू ठाकुर सेवक फुन आपे, ते सानू गुरु भी वही दिता है, सानू वो गुरु नहीं दिता जिहड़ा गुरु ते चेले विच फर्क रखे। गुरु गोबिंद सिंह जी ने फर्क रखिया। महाराज कहंदे तू मेरे वर्गा है, तू मेरे वर्गा जदों बाणे ते बाणी दे रंग विच रंगेगा तेरे मेरे च कोई फर्क नहीं है। असीं गुरु गोबिंद सिंह दा रूप बनना ही नहीं चाहुंदे। हालांकि गुरु साहब ने कोई फर्क नहीं रखिया। वाह वाह गोबिंद सिंह आपे गुरु चेला। महाराज आप ही गुरु बन के ज्ञान दिंदे आ, आप ही फिर चेला बन के पंजां प्यारियां कोलों अमृत लै लैंदे आ। आप ही गुरु नानक साहब भाई लहणा जी का रूप बन जाते आ, आप ही भाई लहणा बन के गुरु अंगद साहब का रूप बन जाते आ। नानक तू लहणा तू है, नानक भी तुसी हो, लहणा दे रूप विच भी तुसी हो। इसे तरह तू ठाकुर सेवक फुन आपे, फुन मैंने फिर, तू सेवक भी आप ही बन जाना ते ठाकुर भी आप ही बन जाना। तू गुपत प्रगट प्रभ आपे, गुपत रूप विच भी आप है ते प्रगट रूप विच भी आप है। नानक दा हुण सारी गल समझण तो बाद की कहना है। नानक गुरु अर्जन दे पातशाह कहंदे ने दास सदा गुण गावे। आ दास तुहाडी सारी विचार समझ के तुहाडे गुण गाउंदा है। किस करके गाउंदा है? एक भोरी नदर निहाली है। बस एक थोड़ी जी नज़र मेरे वल अपनी कर दिओ, तुहाडी थोड़ी जी नज़र भी मैनू तार देगी। जिनको नदर करम तिनकार नानक नदरी नदर निहाल। तुहाडी माड़ी जी नज़र, भोरी मैंने थोड़ी जी माड़ी जी नज़र तुसी मेरे ते कर दिओ ते मैं नदरों नदरी निहाल हो जाऊंगा। मेरे सारे बंधन कट्टे जाणगे, मैं सदा लई मुक्त हो जाऊंगा। इत्थे आके फिर गल क्लीयर हुंदी है, असीं गुरुद्वारा साहब क्यों आउणा है। रोज संगत विच आके बैठो, सेवा सिमरन विच जुड़ो ते कहो एक भोरी नदर निहाल, एक माड़ी जी नज़र किते संगत च बैठिया मेरे वाहिगुरु जी मेरे वल भी कर दिओ। महाराज कहंदे किवें करां? जिहड़ा तेरे नाल बैठा उहदे नाल तां तूं नफरत करी बैठा है, उहदे नाल ओह तूं देख उहदी शक्ल वेखण नूं तैयार नहीं ते मैं तेरे नाल किवें वेखां। जदों संगत विच बैठ के आपां सारे ही
ਮਤ ਭੇਦ ਮਿਟਾ ਕੇ ਬੈਠਾਂਗੇ, ਫਿਰ ਉਸ ਮਾਲਕ ਦੀ ਨਜ਼ਰ ਰਹਿਮਤ ਸਾਡੇ ਤੇ ਹੋਏਗੀ ਤੇ ਸਾਡਾ ਜੀਵਨ ਖੁਸ਼ੀਆਂ ਨਾਲ ਭਰ ਜਾਏਗਾ। ਗੁਰੂ ਸਾਹਿਬ ਕਿਰਪਾ ਕਰਨ, ਜਿੰਨੀ ਕੁ ਮਾਲਕ ਨੇ ਸੋਝੀ ਦਿੱਤੀ ਇਸ ਵਿਚਾਰ ਨੂੰ ਸਮਝਣ ਤੇ ਸਮਝਾਉਣ ਦਾ ਯਤਨ ਕੀਤਾ। ਸਤਿਗੁਰੂ ਮਿਹਰ ਕਰਨ, ਹੋਰ ਬਰੀਕੀ ਵਾਲੀ ਬੁੱਧ ਬਖਸ਼ ਕੇ ਸਾਨੂੰ ਆਪਣੀ ਨੇੜਤਾ ਬਖਸ਼ਣ, ਇੰਨੀ ਨੇੜਤਾ ਬਖਸ਼ ਦੇਣ ਕਿ ਸਾਨੂੰ ਕੋਈ ਹੋਰ ਪਰਾਇਆ ਬੇਗਾਨਾ ਨਜ਼ਰ ਹੀ ਕੋਈ ਨਾ ਆਵੇ। ਅਸੀਂ ਦਿਨ ਰਾਤ ਮਾਲਕ ਦੇ ਗੁਣ ਇਸੇ ਲਈ ਗਾਉਣੇ ਆ। ਅਰਦਾਸ ਕਰੋ ਕਿ ਗੁਣ ਗਾਉਂਦੇ ਰਹੀਏ, ਗੁਰੂ ਘਰ ਗੁਰੂ ਚਰਨਾਂ 'ਚ ਆ ਕੇ ਜੁੜਦੇ ਰਹੀਏ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਵਿਸਰ ਨਹੀਂ ਦਾਤਾਰ, ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ। ਇਹ ਅਰਦਾਸ ਕਰੀਏ ਦਾਸ ਸੇਵਕ ਬਣ ਕੇ, ਤਾਂ ਕਿ ਉਸ ਮਾਲਕ ਦੀ ਥੋੜ੍ਹੀ ਜਿਹੀ ਵੀ ਨਜ਼ਰ ਸਾਡੇ ਵੱਲ ਹੋ ਜਾਏ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ। ਗੁਰੂ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਤੂੰ ਠਾਕੁਰ ਸੇਵਕ ਫਨ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ, ਨਾਨਕ ਦਾਸ ਸਦਾ ਗੁਣ ਗਾਵੇ, ਇਕ ਪੂਰੀ ਨਦਰ ਨਿਹਾਲੀਐ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।